श्री हर कृष्ण मनाए बहोरी। गुर तेग बहादुर परम कृपाला, परम कृपाला। श्री गुरु गोविंद सिंह बिसाला। तरों तरा पर पुन पुन सीसा, पुन पुन सीसा। बंदों बार बार जगदीशा। या मैं अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। होवै सिवतक समधी नूर अरसों कुरसों चटिया। तुद डिठे सच्चे पातशाह मल जन्म जन्म दी कटी। एक दिन डले कूले संग हित अखेर के चढ़े तुरंग। वाहिगुरु जी का खालसा वाहिगुरु जी की फतेह। परम प्रीतवान सतगुरु जी की साजी नवाजी गुरु खालसा साध संगत जी। अकाल पुरख अंतरजाम दी बख्श दा सदका। काठ की पुत्री कहाँ करे वपरी खिलावन हारो जाना। ਅੱਗੇ ਜਦੋਂ ਕਿਤੇ ਸਾਧ ਸੰਗਤ ਜੀ ਪੁਰਾਣਿਆਂ ਸਮਿਆਂ ਦੇ ਡਰਾਮੇ ਆਦਿਕ ਹੁੰਦੇ, ਉਹ ਪੁਤਲੀਆਂ ਕਾਠ ਦੀਆਂ ਹੀ ਹੁੰਦੀਆਂ। ਪਿੱਛੇ ਉਹਨਾਂ ਦੇ ਕੰਟਰੋਲ ਕੀਤਾ ਹੁੰਦਾ ਸੀ, ਜਿਵੇਂ ਤਾਰ ਖਿੱਚਦੇ ਉਸੇ ਤਰ੍ਹਾਂ ਨੱਚਦੀਆਂ ਸੀ। ਜਿਵੇਂ ਉਹ ਤਾਰ ਦੇ ਵੀ ਅਧੀਨ ਹਨ ਔਰ ਖਿੱਚਣ ਵਾਲੇ ਦੇ ਵੀ ਅਧੀਨ ਨੱਚਦੀਆਂ ਸੀ। ਇਸੇ ਤਰ੍ਹਾਂ ਜਿਤਨੀਆਂ ਦੇਹਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਕੰਟਰੋਲ ਵਿੱਚ ਹਨ। ਜੈਸੀ ਜੈਸੀ ਵਾਸ਼ਨਾ ਹੈ ਨਾ ਆਪਣੀ, ਉਹ ਤਾਰਾਂ ਨੇ ਆਪਾਂ ਨੂੰ ਨਾਲ ਲੱਗੀਆਂ ਹੋਈਆਂ। ਜੈਸੀ ਜੈਸੀ ਖਿੱਚ ਹੁੰਦੀ ਹੈ ਉਸੇ ਤਰ੍ਹਾਂ ਆਪਾਂ ਸਤ ਸੰਗਤ ਜੀ ਨੱਚਦੇ ਫਿਰਦੇ ਹਾਂ। ਨੱਚਣਾ ਨਾਚਣ ਸੋਏ ਜੋ ਮਨ ਸਿਓ ਨੱਚ ਹੈ। ਝੂਠ ਨਾ ਪਤੀਐ ਪਰਚੈ ਸੱਚ ਹੈ। ਬਹੁਤ ਸਾਰੀ ਦੁਨੀਆ ਭਗਤੀ ਕਰਦੀ ਹੈ ਪਰ ਨੱਚ ਟੱਪ ਕੇ ਕਰਦੀ ਹੈ। ਕਿਤੇ ਰਾਸ ਧਾਰੀਆਂ 'ਚ ਦੇਖਿਓ ਬਹੁਤ ਰਾਸਾਂ ਪੈਂਦੀਆਂ, ਕੋਈ ਕ੍ਰਿਸ਼ਨ ਬਣਦਾ, ਕੋਈ ਗੋਪੀਆਂ ਬਣਦਾ, ਬਹੁਤ ਕੁਛ ਹੁੰਦਾ ਹੈ। ਉਹ ਆਪਣੇ ਥਾਂ ਸਹੀ ਹਨ, ਉਹਨਾਂ ਦੀ ਉਪਾਸਨਾ ਕ੍ਰਿਸ਼ਨ ਤੱਕ ਸੀਮਤ ਹੈ। ਆਪਾਂ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਲੜ ਲਾਇਆ ਹੈ। ਕਲਯੁਗ ਦੇ ਸਮੇਂ 'ਚ ਭਾਉ ਭਗਤੀ ਬਖਸ਼ ਕੀਤੀ ਹੈ। ਇਸ ਕਰਕੇ ਆਪਾਂ ਨੂੰ ਨੱਚਣ ਦੀ ਆਗਿਆ ਨਹੀਂ ਹੈ। ਭਾਵੇਂ ਨਾਮਧਾਰੀ ਆਦਿ ਕਈ ਸੰਸਥਾ ਹਨ, ਬਹੁਤ ਸਾਰੇ ਕੁੱਦਦੇ ਨੇ, ਨੱਚਦੇ ਨੇ, ਲੇਕਿਨ ਜਿਹੜਾ ਸਰੀਰ ਨੂੰ ਉਹ ਚੱਲ ਨਹੀਂ ਰੱਖ ਸਕਦਾ, ਮਨ ਨੂੰ ਉਹ ਚੱਲ ਕੀ ਰੱਖੇਗਾ। ਐਸੇ ਆਪਣੇ ਗੁਰੂ ਘਰ ਵਿੱਚ 5-6 ਸਾਲ ਹੋ ਗਏ। ਐਸੇ ਰਾਗੀ ਆਏ ਗੁਰਮੁਖ ਕੀਰਤਨ ਕਰਦੇ। ਇੱਕ ਪ੍ਰੇਮੀ ਇੱਥੇ ਆ ਕੇ ਝੂਲਿਆ ਕਰੇ ਜਿਵੇਂ ਭੂਤਾਂ ਆਉਂਦੀਆਂ ਉਹਦੇ ਵਿੱਚ। ਮੈਂ ਉਸ ਨੂੰ ਬੇਨਤੀ ਕੀਤੀ, ਭਰਾਵਾ ਆਪੋ ਆਪਣੀ ਅਕਲ ਹਰ ਇੱਕ ਨੂੰ ਵੱਡੀ ਲੱਗਦੀ ਹੈ, ਪਰ ਮੈਂ ਤੈਨੂੰ ਆਪਣੀ ਅਕਲ ਵੱਡੀ ਮੰਨ ਕੇ ਨਹੀਂ ਤੈਨੂੰ ਬੇਨਤੀ ਕਰਦਾ, ਪਰ ਤੂੰ ਹਿੱਲਿਆ ਨਾ ਕਰ। ਜੇ ਤੂੰ ਹਿੱਲਣ ਲੱਗਿਆ ਸਾਰੀ ਸੰਗਤ ਹਿੱਲਣ ਲੱਗ ਗਈ, ਇਹਦੇ ਤੋਂ ਫਿਰ ਕਰਤਾਰਪੁਰ ਵਾਲਾ ਭੂਤਾ ਕੱਢਣ ਵਾਲਾ ਤਾਂ ਬਣ ਜੂ। ਮਨ ਦੇ ਅੰਦਰ ਸ਼ਾਂਤੀ ਨੂੰ ਦੀ ਇੱਛਾ ਧਾਰ ਕੇ ਗੁਰੂ ਕੇ ਸ਼ਬਦ 'ਚ ਬਿਰਤੀ ਟਿਕਾਉਣੀ ਹੈ। ਸਰੀਰ ਵੀ ਇਹ ਚੱਲ ਕਰਕੇ ਬਿਠਾ ਲੈਣਾ ਹੈ। ਸੋ ਸਤ ਸੰਗਤ ਜੀ, ਜਦੋਂ ਸਾਰਿਆਂ ਦੀ ਆਪਣਾ ਦੀ ਇਹ ਵਾਸ਼ਨਾ ਕੀ ਇੱਛਾ ਧਾਰ ਕੇ ਆਏ ਆ ਘਰਾਂ ਤੋਂ ਕਿ ਚਲੋ ਚੱਲ ਕੇ ਗੁਰੂ ਕਾ ਜਸ ਸੁਣੀਏ, ਕੀਰਤਨ ਸੁਣੀਏ, ਮਹਾਰਾਜ ਜੀ ਦੀ ਮਹਿਮਾ ਸੁਣੀਏ, ਜਿਸ ਕਰਕੇ ਮਾਨਸ ਦੇਹੀ ਸਫਲੀ ਹੋਵੇ। ਇਸ ਦੇਹੀ ਦੇ ਨਾਲ ਆਪਾਂ ਵਿਵਹਾਰਕ ਲਾਈਨ ਵਿੱਚ ਬਹੁਤ ਕੰਮ ਲਿਆ ਹੈ। ਇਸ ਤੋਂ ਅਖੀਰਲੇ ਸਵਾਸਾਂ ਤੱਕ ਲੈਂਦੇ ਰਹਾਂਗੇ, ਲੇਕਿਨ ਵਿਵਹਾਰਕ ਲਾਈਨ ਦੇ ਅੰਦਰ ਆਪਾਂ ਕਾਮਯਾਬੀਆਂ ਵੀ ਪਾਈਆਂ ਔਰ ਘਾਟੇ ਵੀ ਪਏ, ਲੇਕਿਨ ਕਾਹਦੇ ਵਾਸਤੇ? ਕੀ ਨਿਸ਼ਾਨਾ ਸੀ? ਮਾਇਆ ਦਾ ਹੀ ਹੈ, ਸੁੱਖ ਦਾ ਹੀ ਹੈ, ਲੇਕਿਨ ਪਦਾਰਥਕ ਸੁੱਖ ਵਿੱਚ ਤ੍ਰਿਪਤੀ ਨਹੀਂ ਆਪਾਂ ਨੂੰ ਹੋਈ ਹੈ। ਇਸ ਕਰਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਦੋਂ ਬੰਦਾ ਧਾਰਮਿਕ ਲਾਈਨ ਵੱਲ ਨੂੰ ਸੱਚ ਦੀ ਰੁਚੀ ਰੱਖਦਾ ਹੈ। ਉਦੋਂ ਵੀ ਹੰਗਤਾ ਨਾ ਧਾਰੀਏ ਕਿ ਲੈ ਦੂਜੇ ਦਾ ਕੁਝ ਵੀ ਨਹੀਂ ਆ, ਅਸੀਂ ਹੋਈਆਂ ਭਗਤ ਬਣੇ ਹੋਏ ਭਗਤੀ ਕਰਦੇ। ਜੇ ਇਹ ਆਪਣੇ 'ਚ ਹਉਮੈ ਆ ਗਈ, ਆਪਣੇ ਪੱਲੇ ਕੱਖ ਨਹੀਂ ਰਹਿਣਾ ਹੈ।
ਇਸ ਕਰਕੇ ਖਾਲਸਾ ਜੀ ਜੇ ਬੁਲਾਇਆ ਹੈ ਸਤਿਗੁਰਾਂ ਨੇ ਪ੍ਰੇਰ ਕਰਕੇ, ਫਿਰ ਵੀ ਮਹਾਰਾਜ ਦਾ ਕੋਟਾਂ ਵਾਰੀ ਧੰਨਵਾਦ ਹੈ। ਇਹ ਮਹਾਰਾਜ ਬਖਤਾ ਹੈ, ਉਹ ਵੀ ਗੁਰੂ ਸਾਹਿਬ ਦਾ ਹਾਜ਼ਰ ਨਾਜ਼ਰ ਸਮਝ ਕੇ ਧੰਨਵਾਦ ਕਰਦਾ ਹੈ। ਹੇ ਮਹਾਰਾਜ, ਤੁਸੀਂ ਆ ਸੰਗਤ ਵਿੱਚ ਵਸ ਰਹੇ ਹੋ, ਇਹ ਸੰਗਤ ਦੁਆਰਾ ਸੰਗਤ ਦਾ ਰੂਪ ਧਾਰ ਕੇ ਤੁਸੀਂ ਮੇਰੇ ਕੋਲੋਂ ਸੇਵਾ ਲੈ ਰਹੇ ਹੋ। ਇਹ ਭਾਵਨਾ ਬਖਤਾ ਰੱਖੇ, ਬਖਤੇ ਦੇ ਅੰਦਰ ਉਪਦੇਸ਼ ਦੇਣ ਦਾ ਹੰਗਤਾ ਨਾ ਹੋਵੇ, ਸਰੋਤਿਆਂ ਦੇ ਅੰਦਰ ਸਤਸੰਗ ਦੀ ਹੰਗਤਾ ਨਾ ਹੋਵੇ ਕਿ ਅਸੀਂ ਸੁਣ ਜਾਂਦੇ ਹੋਰ ਕੋਈ ਆਉਂਦਾ ਨਹੀਂ ਹੈ, ਹੋਰ ਸਭ ਮਾੜੇ ਕਰਮਾਂ ਵਾਲੇ, ਅਸੀਂ ਚੰਗੇ ਕਰਮਾਂ ਵਾਲੇ। ਇਹ ਕਦੇ ਸੁਪਨੇ ਵਿੱਚ ਵੀ ਬਿਰਤੀ ਨਾ ਰੱਖੀਏ। ਸੋ ਐਸੇ ਸਤਸੰਗ ਜੀ ਮਨ ਵਿੱਚ ਨੇਚਾ ਕਰਕੇ ਆਪਾਂ ਗੁਰੂ ਕੇ ਜਸ ਨੂੰ ਹਉਮੈ ਨੂੰ ਪਰੇ ਕਰਕੇ ਸਰਵਣ ਕਰਨਾ ਹੈ। ਜੋ ਗੁਰ ਦੀਆ ਸੋ ਮਨ ਕੇ ਕਾਮ, ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਉਹੀ ਆਪਣੇ ਮਨ ਦੇ ਕੰਮ ਆਉਣ ਵਾਲਾ ਹੈ। ਆਓ ਸਤ ਸੰਗਤ ਜੀ, ਨਿਰਾਕਾਰ ਅਕਾਲ ਪੁਰਖ ਅੰਤਰਜਾਮੀ ਹੈ, ਉਹ ਅਕਰੇ ਹੈ, ਅਕਰਤਾ ਹੈ, ਮਾਇਆ ਬਿਰਤੀ ਦੁਆਰਾ ਹੀ ਉਹ ਸਾਰਿਆਂ ਦਾ ਮਾਲਕ ਹੈ ਔਰ ਮਾਇਆ ਦੁਆਰਾ ਹੀ ਸਾਰੀ ਰਚਨਾ ਰਚੀ ਹੈ। ਜਿਤਨੇ ਜੀਵ ਨੇ ਮਾਇਕੀ ਰਚਨਾ ਦੇ ਇਹਨਾਂ ਨੂੰ ਸੁੱਖ ਦੇਣ ਵਾਲਾ, ਨਾਲ ਹੀ ਕਰਮਾਂ ਅਨੁਸਾਰ ਇਹਨਾਂ ਨੂੰ ਸਜ਼ਾ ਦੇਣ ਵਾਲਾ, ਉਹ ਵਾਹਿਗੁਰੂ ਤਾਂ ਉਹਨੂੰ ਕਰਤਾ ਪੁਰਖ ਕਹਿੰਦੇ ਹਾਂ। ਵਾਸਤਵ ਵਿੱਚ ਉਹ ਅਕਰਤਾ ਹੈ। ਐਸੇ ਪਰਮੇਸ਼ਰ ਨੇ ਸਤਸੰਗ ਦੀ ਜਿਹੜੀ ਰਚਨਾ ਰਚ ਦਿੱਤੀ, ਆਪਾਂ ਨੂੰ ਮਾਨਸ ਦੇ ਹੀ ਦਿੱਤੀ। ਇਹ ਸਮਾਂ ਸਦਾ ਪ੍ਰਾਪਤ ਨਹੀਂ ਹੁੰਦਾ, ਕਲਯੁਗ ਦਾ ਸਮਾਂ ਹੈ। ਜਗਤ ਗੁਰੂ ਗੁਰੂ ਨਾਨਕ ਦੇਵ, ਜਗਤ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਹਨ ਭਾਈ। ਗੁਰੂ ਉਹੀ ਹੁੰਦਾ ਹੈ ਆਪਣੇ ਸੇਵਕਾਂ ਨੂੰ ਦੁੱਖਾਂ ਦੇ ਸਮੁੰਦਰ 'ਚੋਂ ਕੱਢ ਕੇ ਸੁੱਖ ਵਿੱਚ ਲੀਨ ਕਰ ਦੇਵੇ। ਇਸੇ ਕਰਕੇ ਕੋਟਾਨ ਕੋਟ ਵਾਰੀ ਜਿੰਨੇ ਆਪਣੇ ਰੋਮ ਹਨ, ਇਤਨੇ ਜਨਮ ਧਾਰ ਕੇ ਐਸ ਘਰ ਦੀ ਸੇਵਾ ਕਰੀਏ, ਫਿਰ ਵੀ ਗੁਰੂ ਦੇ ਕਰਜਾਈ ਹੋਈ ਹਾਂ ਆਪਾਂ। ਇੰਨਾ ਪਰਉਪਕਾਰ ਮਹਾਰਾਜ ਜੀ ਦਾ ਹੈ। ਇਹ ਪਤਾ ਕਿਵੇਂ, ਅਨੁਭਵ ਕਿਵੇਂ ਹੋਵੇਗਾ ਵੀ ਇੰਨਾ ਪਰਉਪਕਾਰ ਹੈ ਗੁਰੂ ਦਾ, ਜਦੋਂ ਆਪਾਂ ਗੁਰੂ ਕੀ ਕਥਾ ਸੁਣਾਂਗੇ। ਸੋ ਆਓ ਸਤ ਸੰਗਤ ਜੀ, 10ਵੇਂ ਪਾਤਸ਼ਾਹ ਕਿੱਥੇ ਜੰਗਲ ਦਾ ਇਲਾਕਾ, ਬਹੁਤ ਸਾਰੇ ਮੋਟੀ ਮੱਤ ਵਾਲੇ ਲੋਕ ਹਨ, ਉਹਨਾਂ ਨੂੰ ਸਾਰਿਆਂ ਨੂੰ ਸਤਸੰਗ ਜੀ ਉਪਦੇਸ਼ ਦੇ ਰਹੇ ਨੇ। ਨਾਲੇ ਰਾਖਸ਼ਾਂ ਆਦਿਕਾਂ ਨੂੰ ਉਸ ਧਰਤੀ ਤੋਂ ਕੱਢ ਕੇ ਦੂਸਰੇ ਪਾਸੇ ਭੇਜ ਕੇ ਧਰਤੀ ਦੀ ਪੁਕਾਰ ਸੁਣ ਕੇ ਉਹ ਧਰਤੀ ਨੂੰ ਸਤਸੰਗ ਜੀ ਰੌਣਕਾਂ ਦੇ ਰਹੇ ਹਨ। ਜਿਸ ਪ੍ਰਕਾਰ ਕੱਲ੍ਹ ਕਥਾ ਆਈ ਸੀ ਆਪਾਂ ਸਰਵਣ ਕੀਤੀ ਹੈ। ਭਾਵੇਂ ਗੁਰਸਿੱਖੀ ਖਾਨਦਾਨ ਦੇ ਅੰਦਰ ਜਨਮ ਧਾਰਿਆ ਦਿਆਲ ਦਾਸ ਨੇ, ਜਿੰਨਾ ਚਿਰ ਅੰਮ੍ਰਿਤ ਨਹੀਂ ਨਾ ਛਕਿਆ ਉਹਨਾਂ ਚਿਰ ਮਹਾਰਾਜ ਨੇ ਉਹਦਾ ਭੋਜਨ ਪ੍ਰਸ਼ਾਦ ਨਹੀਂ ਪ੍ਰਵਾਨ ਕੀਤਾ। ਗੁਰੂ ਵਾਲੇ ਬਣਨਾ ਚਾਹੀਏ, ਇਸ ਕਰਕੇ ਨਗੂਰਾ ਕਦੇ ਵੀ ਨਾ ਰਹੀਏ ਸਤ ਸੰਗਤ ਜੀ। ਕੀ ਪਤਾ ਹੁੰਦਾ ਮਾਨਸ ਦੇ ਹੀ ਕਦੋਂ ਹੱਥੋਂ ਨਿਕਲ ਜਾਣੀ। ਹੋਰ ਤਾਂ ਹੋਰ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਸੁਭਾਏਮਾਨ ਸਨ। ਉਹਨੇ ਸਾਹਿਬ ਵਾਲੇ ਬੇਦੀਆਂ ਨੂੰ ਸਾਰੇ ਹੀ ਆਪਾਂ ਜਾਣਦੇ ਹਾਂ। ਉਹ ਬੇਦੀ ਬੰਸ ਗੁਰੂ ਨਾਨਕ ਦੇਵ ਦੀ ਬੰਸ ਹੈ। ਬਾਬਾ ਕਲਾਧਾਰੀ ਜੀ ਹੋਏ ਗੁਰੂ ਨਾਨਕ ਦੇਵ ਦੀ ਬੰਸ ਵਿੱਚ 10ਵੇਂ ਪਾਤਸ਼ਾਹ ਦੇ ਟਾਈਮ। ਉਹਨਾਂ ਦਾ ਜੀਤ ਮੱਲ ਮਾਵੇਂ ਲੜਕਾ ਸੀ। ਦੋਨੋਂ ਪੇ ਪੁੱਤ 10ਵੇਂ ਪਾਤਸ਼ਾਹ ਦੇ ਕੋਲੇ ਆ ਗਏ, ਮੱਥਾ ਟੇਕਿਆ। ਮਹਾਰਾਜ ਜੀ ਨੇ ਬਹੁਤ ਸਤਿਕਾਰ ਕੀਤਾ। ਉਹ ਬਾਬਾ ਕਲਾਧਾਰੀ ਜੀ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੀ ਅੰਸ਼ ਵਿੱਚੋਂ ਮੇਰੇ ਪੂਜਨੀਕ ਹੋ। ਨਿਮਰਤਾ ਧਾਰ ਕੇ 10ਵੇਂ ਪਾਤਸ਼ਾਹ ਨੇ ਬਹੁਤ ਸਤਿਕਾਰ ਕੀਤਾ। ਬਾਬਾ ਕਲਾਧਾਰੀ ਕਹਿਣ ਲੱਗਾ, ਮਹਾਰਾਜ ਮੈਂ ਤੁਹਾਨੂੰ ਬਾਲਕ ਅਵਸਥਾ ਵਾਲਾ ਨਹੀਂ ਦੇਖਦਾ, ਤੁਸੀਂ ਉਹੀ ਸਾਖਸ਼ਾਤ ਗੁਰੂ ਨਾਨਕ ਰੂਪ ਹੋ। ਮੈਂ ਜਾਚਕ ਬਣ ਕੇ ਆਇਆ ਹਾਂ, ਕੁਝ ਬਣ ਕੇ ਨਹੀਂ ਤੁਹਾਡੇ ਪਾਸ ਆਇਆ। ਮੇਰੇ 'ਤੇ ਕਿਰਪਾ ਕਰੋ। ਆ ਮੇਰਾ ਪੁੱਤਰ ਹੈ, ਇਹਦੇ ਅੱਗੇ ਬੱਚਾ ਨਹੀਂ ਕੋਈ ਹੈ। ਜੇ ਬਖਸ਼ਿਸ਼ ਕਰਦੇ ਹੋ। ਗੁਰੂ ਨਾਨਕ ਦੇਵ ਦੀ ਬੰਸ ਖੜਦੀ ਜਾਂਦੀ ਹੈ। ਮਹਾਰਾਜ ਕਹਿੰਦੇ, ਬਾਬਾ ਜੀ ਗੁਰੂ ਅੰਗਦ ਦੇਵ ਜੀ ਦੀ ਬੰਸ ਵਿੱਚੋਂ ਬਾਬਾ ਬਾਜ ਸਿੰਘ ਨੇ ਅੰਮ੍ਰਿਤ ਛਕ ਲਿਆ ਹੈ। ਗੁਰੂ ਅਮਰਦਾਸ ਜੀ ਦੀ ਬੰਸ ਵਿੱਚੋਂ ਬਾਬਾ ਕਾਹਨ ਸਿੰਘ ਵਿਨੋਦ ਸਿੰਘ ਪੇ ਪੁੱਤਰ ਨੇ ਅੰਮ੍ਰਿਤ ਛਕ ਲਿਆ ਹੈ। ਬੇਦੀਆਂ ਵਿੱਚੋਂ ਕਿਸੇ ਨੇ ਅੰਮ੍ਰਿਤ ਹੀ ਨਹੀਂ ਛਕਿਆ। ਅੱਗੇ ਵਾਸਤੇ ਭਵਿੱਖ ਵਿੱਚ ਅਸੀਂ ਰੋਹ ਰੀਤੀ ਤੋਰੀ ਹੈ। ਖੰਡੇ ਦਾ ਅੰਮ੍ਰਿਤ ਜੋ ਛਕੇਗਾ ਉਹਦੀ ਨਗੂਰੇ ਪੁਣੇ ਦੀ ਝੂਠ ਝੂਠ ਧੋ ਹੋਵੇਗੀ, ਦੂਸਰੇ ਦੀ ਨਹੀਂ। ਅੱਗੇ ਸਹਿਜਧਾਰੀ ਜੋ ਸਨ ਉਹਨਾਂ ਨੂੰ ਮਹਾਰਾਜ ਨੇ ਕਿਹਾ ਅੰਮ੍ਰਿਤ ਛਕਣ ਦੀ ਉਹਨਾਂ ਨੂੰ ਅਵਸ਼ ਆ ਗਿਆ ਹੈ। ਕਹਿੰਦਾ ਮਹਾਰਾਜ ਮੈਂ ਹੁਣ ਬੁੱਢਾ ਹੋ ਗਿਆ। ਕਹਿੰਦੇ ਚੰਗਾ, ਕਿਵੇਂ ਬਾਬਾ ਜੀ ਤੁਸੀਂ ਚਾਹੁੰਦੇ ਹੋ? ਇਹ ਮੇਰੇ ਪੁੱਤਰ ਨੂੰ ਛਕਾ ਦਿਓ। ਉਸ ਵੇਲੇ ਸਤ ਸੰਗਤ ਜੀ ਉਹ ਜੀਤ ਮਾਰਨ ਨੂੰ ਬਾਬਾ ਕਲਾਧਾਰੀ ਦੇ ਲੜਕੇ ਨੂੰ ਅੰਮ੍ਰਿਤ ਛਕਾਇਆ। ਉਸ ਤੋਂ ਬਾਅਦ ਆਪ ਜੀ ਨੇ ਵਰ ਦਿੱਤਾ, ਇਹੋ ਜਿਹੇ ਸੂਰਮੇ ਹੋਣਗੇ, ਕਾਠ ਦੀਆਂ ਤੋਪਾਂ ਚਲਾਉਣਗੇ, ਸਿੱਖ ਰਾਜ ਹੋਵੇਗਾ। 365 ਗੁਰਦੁਆਰੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਬਣਾਏ। ਬੜੀ ਭਾਰੀ ਫੌਜ ਰੱਖਦੇ,
ਸਿੱਖ ਰਾਜ ਦੇ ਸਮੇਂ ਗੁਰਮਤਿ ਦਾ ਥਾਂ ਥਾਂ ਪ੍ਰਚਾਰ ਕੀਤਾ। 10ਵੇਂ ਪਾਤਸ਼ਾਹ ਦੇ ਵਰਨਾ ਪੈਦਾ ਹੋਏ ਸੀ, ਲੇਕਿਨ ਪਹਿਲਾਂ ਭਾਵੇਂ ਗੁਰੂ ਨਾਨਕ ਦੇਵ ਦੀ ਬੰਸ ਸੀ, ਫੇਰ ਵੀ ਕਿਹਾ ਅੰਮ੍ਰਿਤ ਜ਼ਰੂਰ ਛਕੋ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਬ ਨਾ ਜਾਣਾ ਦੂਆ ਤੀਆ। ਖਾਲਸਾ ਸਤ ਸੰਗੀ ਅੰਮ੍ਰਿਤ ਤੋਂ ਵਾਂਝਾ ਕਦੇ ਨਹੀਂ ਰਹਿੰਦਾ ਹੈ। ਦਿਆਲ ਦਾਸ ਨੇ ਅੰਮ੍ਰਿਤ ਛਕਿਆ, ਸਫਲਾ ਹੋਇਆ। ਇਹਦਾ ਭਾਈ ਭੋਜਨ ਵੀ ਮਹਾਰਾਜ ਨੇ ਸਰਜੀਤ ਕਰਕੇ ਦੁਬਾਰਾ ਸਾਰੀ ਸੰਗਤ ਵਿੱਚ ਵਰਤਾ ਦਿੱਤਾ ਹੈ। ਇਹ ਦਮਦਮੇ ਸਾਹਿਬ ਦੀ ਕਥਾ ਕੱਲ੍ਹ ਸੁਣੀ ਹੈ। ਅੱਗੇ ਜਿਵੇਂ ਆਪ ਜੀ ਆਪਣੀ ਮੌਜ ਵਿੱਚ ਉੱਥੇ ਬਾਹਰ ਵਿਚਰਦੇ ਨੇ, ਡੱਲਾ ਨਾਲ ਹੈ, ਜੋ ਕਥਾ ਆ ਰਹੀ ਹੈ ਸੁਣੋ। ਇੱਕ ਦਿਨ ਡੱਲੇ ਕੋਲੇ ਸੰਗ, ਇੱਕ ਦਿਨ ਆਪ ਜੀ ਸਤ ਸੰਗੀ ਭਾਈ ਡੱਲਾ ਰਜਵਾੜਾ ਹੈ ਸਾਬੋ ਕੀ ਤਲਵੰਡੀ ਦਾ, ਇਹਨੂੰ ਨਾਲ ਲੈ ਕੇ ਹਿਤ ਅਖੇਰ ਕੇ ਚੜੇ ਤੁਰੰਗ। ਆਪ ਜੀ ਸਤ ਸੰਗੀ ਘੋੜੇ ਤੇ ਖਾਲਸਾ ਦੇ ਸਮੇਤ ਸ਼ਿਕਾਰ ਚੜੇ ਹਨ। ਗਏ ਦੂਰ ਮਿਰਗ ਦੇਖਿਓ ਜਬੈ, ਬਹੁਤ ਦੂਰ ਨਿਕਲ ਗਏ ਦਮਦਮੇ ਸਾਹਿਬ ਤੋਂ। ਇੱਕ ਮਿਰਗ ਆਇਆ ਦ੍ਰਿਸ਼ਟੀ ਵਿੱਚ, ਸਰ ਖਰ ਸ਼ੋਰ ਸਿੰਗਾਰਿਓ ਤਬੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਨਖ ਦੇ ਵਿੱਚ ਦੀ ਐਸਾ ਤੀਰ ਛੱਡਿਆ, ਮਿਰਗ ਉੜੱਦ ਕੇ ਰੱਖ ਦਿੱਤਾ। ਮਾਰਤ ਸ਼੍ਰੀ ਮੁਖ ਤੇ ਬਹੁ ਹਸੇ, ਜਦੋਂ ਮਾਰਿਆ ਸਤ ਸੰਗਤ ਜੀ ਮਿਰਗ, ਸਤਿਗੁਰੂ ਜੀ ਟਾਹ ਕਰਕੇ ਬਹੁਤ ਹੱਸੇ ਉੱਚੀ ਉੱਚੀ। ਪੋਸ਼ਟ ਬੀਚ ਦਸਨ ਤੁਧ ਤੁਤ ਲਸੇ। ਸਤਿਗੁਰਾਂ ਦਾ ਸਤ ਸੰਗਤ ਜੀ ਚਿਹਰਾ ਤਾਂ ਬਹੁਤ ਹੀ ਸੁੰਦਰ ਸੀ, ਜਿਹੜਾ ਕਿ ਚਿੱਤਰਕਾਰ ਇੰਨੀ ਸੁੰਦਰਤਾ ਹੀ ਫੋਟੋਆਂ ਚਿੱਤਰ ਨਹੀਂ ਸਕਦਾ ਹੈ। ਜਿਸ ਵੇਲੇ ਹੱਸੇ, ਮਹਾਰਾਜ ਦੇ ਬੁੱਲਾਂ ਦੇ ਵਿੱਚ ਚਿੱਟੇ ਚਿੱਟੇ ਦੰਦ ਸੋਭਨੀਕ ਹੋ ਰਹੇ ਹਨ। ਬਲਾਕੀ ਦਾਸ ਸੀ ਢਾਕੇ ਦਾ ਮਸੰਦ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ 'ਚ ਗਏ ਨੇ, ਉਹਦੀ ਮਾਤਾ ਬਿਰਧ ਅਵਸਥਾ ਸੀ ਬਲਾਕੀ ਦਾਸ ਦੀ। ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਮਹਾਰਾਜ ਜੀ ਤੁਸੀਂ ਹਜ਼ਾਰਾਂ ਕੋਹਾਂ ਚੱਲ ਕੇ ਪੰਜਾਬ ਤੋਂ ਇੱਧਰ ਦਰਸ਼ਨ ਦਿੱਤੇ ਨੇ, ਮੇਰੀ ਬਿਰਧ ਅਵਸਥਾ ਹੈ, ਮੈਂ ਤੁਹਾਡਾ ਕਿਵੇਂ ਧਿਆਨ ਧਾਰਾਂਗੀ। ਮੈਨੂੰ ਮਹਾਰਾਜ ਤੁਹਾਡੀ ਫੋਟੋ ਚਿੱਤਰਨ ਦੀ ਆਗਿਆ ਦੇ ਦਿਓ। ਮਹਾਰਾਜ ਨੇ ਆਗਿਆ ਦੇ ਦਿੱਤੀ। ਉਦੋਂ ਆ ਕੈਮਰੇ ਕੂਮਰੇ ਨਹੀਂ ਸੀ ਹੁੰਦੇ, ਚਿੱਤਰਕਾਰ ਹੁੰਦੇ ਸੀ ਜਿਹੜੇ, ਉਹਨਾਂ ਵਿੱਚ ਇਹ ਗੁਣ ਹੁੰਦਾ ਸੀ, ਸਾਹਮਣੇ ਬੈਠ ਕੇ ਕਾਗਜ਼ ਪੈਨਸਲ ਲੈ ਲੈਣਾ, ਜਿਹੀ ਜੀ ਕਿਸੇ ਦੀ ਸਤ ਸੰਗ ਜੀ ਸ਼ਕਲ ਹੋਣੀ ਉਹ ਉਤਾਰ ਦਿੰਦੇ ਸੀ ਕਾਗਜ਼ ਦੇ ਉੱਤੇ। ਅੱਜ ਕੱਲ੍ਹ ਵੀ ਹੈਗੇ ਬਹੁਤ ਸਾਰੇ। ਉਹ ਜਦੋਂ ਚਿੱਤਰਕਾਰ ਸਤ ਸੰਗਤ ਜੀ ਸੱਦ ਲਿਆ, ਮਾਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਮੰਨ ਕੇ ਸਾਰੀ ਦੇਹ ਦੀ ਸਤ ਸੰਗਤ ਜੀ ਚਿੱਤਰਕਾਰੀ ਕਰ ਦਿੱਤੀ। ਲੇਕਿਨ ਜਦੋਂ ਚਿਹਰੇ ਵੱਲ ਜਾਵੇ ਨਾ, ਜਿਵੇਂ ਦੁਪਹਿਰ ਦੇ ਸੂਰਜ ਵੱਲ ਦੇਖਿਆ ਨਹੀਂ ਜਾਂਦਾ, ਚਿੱਤਰੂ ਕੋਈ ਕੀ, ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਵੱਲ ਦੇਖਿਆ ਹੀ ਨਾ ਜਾਵੇ। ਉਸ ਵੇਲੇ ਘਬਰਾ ਗਿਆ, ਕਹਿੰਦਾ ਵੀ ਮੈਂ ਸਤਿਗੁਰਾਂ ਦੇ ਸੀਸ ਦੀ ਫੋਟੋ ਨਹੀਂ ਚਿੱਤਰ ਸਕਦਾ। ਫਿਰ ਮਹਾਰਾਜ ਜੀ ਨੇ ਉਹਦੇ ਕੋਲੋਂ ਪੈਨਸਲ ਕਾਗਜ਼ ਲੈ ਕੇ ਸਤ ਸੰਗੀ ਆਪ ਚਿੱਤਰੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸੋ ਚਿਰਕਾਲ ਤੱਕ ਸਤ ਸੰਗੀ ਉਹ ਫੋਟੋ, ਉਹ ਮਤਲਬ ਮਸੰਦ ਜਿਹੜਾ ਬਲਾਕੀ ਦਾਸ ਸੀ, ਉਹਦੀ ਮਾਤਾ ਦੇ ਪਾਸ ਰਹੀ। ਪਰੰਪਰਾ ਤੋਂ ਸੁਣਦੇ ਹਾਂ ਕਿ ਉਹ ਫੋਟੋ ਉਹਦੇ ਉਤਾਰੇ ਗਾਹਾਂ ਤੋਂ ਗਾਹਾਂ ਸੀਸਗੰਜ ਜਿਹੜਾ ਥੱਲੇ ਜਿੱਥੇ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉੱਥੇ ਉਹ ਜਿਹੜੀ ਫੋਟੋ ਹੈ ਉਹ ਸ਼ਕਲ ਦੀ ਉਹ ਫੋਟੋ ਸੀ। ਸੋ ਰਹੁ ਵਿਚਾਰ ਤਜ ਚਿਤਰੈ ਚਿਤਰਾਖ ਚਤੇਰਾ। ਗੁਰਬਾਣੀ 'ਚ ਇਹ ਵੀ ਸਿਧਾਂਤ ਹੈ ਕਿ ਚਿੱਤਰਕਾਰੀ ਵੱਲ ਨਾ ਦੇਖੋ, ਇਹ ਚਿੱਤਰਕਾਰੀ ਜਿਹਨੇ ਚਿਤਰੀ ਆ ਨਾ ਉਹਦੇ ਵੱਲ ਦੇਖੋ। ਜਿਤਨਾ ਸੰਸਾਰ ਹੈ ਚਿਤਰਿਆ ਹੋਇਆ, ਇਹ ਵਾਹਿਗੁਰੂ ਦੀ ਰਚਨਾ ਹੈ, ਵਾਹਿਗੁਰੂ ਵੱਲ ਦੇਖੋ ਸਤ ਸੰਗਤ ਜੀ। ਜਿਹੜਾ ਚਿਤਰਨ ਵਾਲਾ ਹੁੰਦਾ ਉਦੋਂ ਵੀ ਸੁੰਦਰ ਹੁੰਦਾ ਹੈ ਚਿੱਤਰਕਾਰੀ ਨਾਲੋਂ। ਸੋ ਆਪ ਜੀ ਸਤ ਸੰਗਤ ਬਹੁਤ ਸੁੰਦਰ ਸਰੂਪ ਹੈ। ਜਦੋਂ ਹੱਸੇ ਆਪ ਜੀ ਉੱਚੀ ਉੱਚੀ, ਬੜਾ ਖੁਸ਼ ਹੋਇਆ। ਡੱਲਾ ਵੀ ਪੁੱਛਦਾ ਹੈ, ਵਿਖ ਡੱਲੇ ਕਰ ਜੋਰ ਅਲਾਏ। ਹੱਥ ਜੋੜ ਕੇ ਮਾਰਨ ਨੂੰ ਦੇਖ ਕੇ ਹੱਸਦਿਆਂ ਨੂੰ ਡੱਲੇ ਨੇ ਕਿਹਾ, ਇਸ ਕੋ ਹੱਥ ਕਰ ਕਿਉਂ ਬਕਸਾਏ। ਮਹਾਰਾਜ ਮਿਰਗ ਤੜਫਦਾ ਹੈ, ਇਹਦੀ ਜਾਨ ਨਿਕਲ ਗਈ, ਤੁਸੀਂ ਇਹਨੂੰ ਮਾਰ ਕੇ ਹੱਸਦੇ ਕਿਉਂ ਹੋ। ਇਹ ਗੁਰ ਸਿੱਖ ਗੁਰ ਕੇ ਖੀਰ ਖਜ਼ਾਨਾ। ਮਹਾਰਾਜ ਕਹਿੰਦੇ ਆਪਣੇ ਡੱਲਿਆ ਤੈਨੂੰ ਕੀ ਦਸੀਏ, ਗੁਰੂ ਕਾ ਸਿੱਖ ਸੀ ਸਾਡਾ, ਇਹ ਗੁਰੂ ਘਰ ਦੇ ਖਜ਼ਾਨੇ ਦਾ ਲੋਭ ਕਰਦਾ ਸੀ। ਕਰਿਓ ਚਰਾਪਤ ਦਰਬ ਮਹਾਨਾ। ਬਹੁਤ ਸਾਰੀ ਗੋਲਕ ਦੀ ਮਾਇਆ ਚੋਰੀ ਕਰਦਾ ਰਹਿੰਦਾ ਸੀ ਇਹ। ਅਦਕ ਖਰਾਬ ਕਰਿਓ ਵਰ ਖਾਇਓ। ਇਹ ਖਾਂਦਾ ਫੇਰ ਵੀ ਚੰਗਾ ਸੀ, ਇਹਨੇ ਮਾਇਆ ਖਰਾਬ ਬਹੁਤ ਕੀਤੀ, ਫਜ਼ੂਲ ਖਰਚੀ, ਗੁਰੂ ਘਰ ਦੀ ਮਾਇਆ ਦੀ ਪਰਵਾਹ ਨਹੀਂ ਕੀਤੀ। ਜਿਵੇਂ ਸਤ ਸੰਗਤ ਜੀ ਘਰ ਵਿੱਚ ਆਪਾਂ ਰਤੀ ਰਤੀ ਸੂਮਤਾਈ ਕਰਦੇ ਹਾਂ, ਬੱਚਤ ਕਰਦੇ ਹਾਂ, ਕਦੇ ਗੁਰੂ ਘਰ ਕਾ ਕੇ ਕੀਤੀ ਹੈ, ਕਦੇ ਕੋਈ ਪਰਵਾਹ ਨਹੀਂ, ਡੋਲ ਦਿਓ, ਐਂ ਕਰ ਦਿਓ, ਵਾਹ ਕਰ ਦਿਓ, ਕਦੇ ਸਰਫਾ ਨਹੀਂ ਇੱਥੇ ਕੀਤਾ। ਉਹ ਦੇਣਦਾਰ ਬਣੀਦਾ ਹੈ ਜੇ ਉਸ ਬਿਰਤੀ ਨਾਲ ਨਾ ਰਹੀਏ। ਜੇ ਗੁਰੂ ਜਿਵੇਂ ਆਪਾਂ ਘਰ ਦੇ ਸਤ ਸੰਗੀ ਪਦਾਰਥਾਂ ਨੂੰ ਸੰਕੋਚ ਕੇ ਵਰਤਦੇ ਹਾਂ, ਉਸੇ ਤਰ੍ਹਾਂ ਇਹਨਾਂ ਦੇ ਪਦਾਰਥਾਂ ਨੂੰ ਵੀ ਵਰਤੀਏ, ਫਿਰ ਕੋਈ ਸਤ ਸੰਗਤ ਜੀ ਤੁਹਾਡੇ ਤੇ ਭਾਰ ਨਹੀਂ ਹੈ।
ਕਿਉਂ? ਗੁਰੂ ਆਪਣੇ ਮਾਤਾ ਪਿਤਾ ਨੇ, ਆਪਾਂ ਨੰਨੇ ਬੱਚੇ ਹਾਂ, ਘਰ ਵੀ ਉਹਨਾਂ ਦਾ ਦਿੱਤਾ ਖਾਂਦੇ ਹਾਂ, ਇੱਥੇ ਵੀ ਜਦ ਤੁਸੀਂ ਆਉਂਦੇ ਹੋ। ਇੱਕ ਪ੍ਰੇਮੀ ਨੇ ਪੁੱਛਿਆ, ਅਸੀਂ ਕਈ ਸਾਲ ਹੋ ਗਏ, ਕਹਿੰਦੇ ਜੀ ਅਸੀਂ ਤਾਂ ਇੱਥੇ ਹੀ ਆ ਕੇ ਰੋਜ਼ ਖਾਂਦੇ ਰਹਿੰਦੇ ਹਾਂ, ਫਿਰ ਸਾਡੀ ਪੂਜਾ ਦਾ ਸਾਡਾ ਕੀ ਬਣੂ? ਮੈਂ ਉਸ ਨੂੰ ਕਿਹਾ, ਪ੍ਰੇਮੀਆਂ, ਜੇ ਤੇਰੇ ਮਨ 'ਚ ਭਾਵਨਾ ਸੰਗਤ ਵਿੱਚ ਜੁੜੇ ਅਲੱਗ ਹੋ ਜਾਈਏ ਫਿਰ ਤਾਂ ਠੀਕ ਨਹੀਂ। ਮਹੀਨੇ 2 ਮਹੀਨੇ ਬਾਅਦ ਲੰਗਰ ਕਰਾ ਦਿਆ ਕਰ, ਆਪੇ ਹੀ ਤੇਰਾ ਹਿਸਾਬ ਕਿਤਾਬ ਬਰਾਬਰ ਹੋ ਹੀ ਜਾਊ, ਜੇ ਤੇਰੇ ਮਨ 'ਚ ਇਹ ਹੈਗੀ। ਪਰ ਸੰਗਤ ਦੇ ਵਿੱਚੋਂ ਬਾਹਰ ਨਹੀਂ ਕਦੇ ਵੀ ਹੋਈਦਾ, ਸੰਗਤ ਦੇ ਆਸਰੇ ਭਾਈ ਤਰ ਜਾਈਦਾ। ਜੇ ਲੰਗਰ ਤੇ ਨਫ਼ਰਤ ਕਰੀਏ ਤਾਂ ਦੇਣਦਾਰ ਹੋਈਦਾ, ਗੁਰੂ ਕਾ ਪ੍ਰਸ਼ਾਦ ਹੈ, ਪਵਿੱਤਰ ਹੈ। ਸੋ ਕਦੇ ਵੀ ਆਪਣੀ ਮਾਇਆ ਨੂੰ ਤੇ ਗੁਰੂ ਕੀ ਮਾਇਆ ਨੂੰ ਵੱਖ-ਵੱਖ ਨਾ ਸਮਝੀਏ। ਜਿਹੜੀ ਆਪਣੀ ਜੇਬ 'ਚ ਉਹ ਵੀ ਗੁਰੂ ਕੀ ਦਿੱਤੀ ਹੋਈ ਹੈ। ਕੋਈ ਸਿਆਣਾ ਹੋ ਕੇ ਕਮਾਉਂਦਾ ਨਹੀਂ, ਕਮਲਾ ਹੋ ਕੇ ਗਵਾਉਂਦਾ ਨਹੀਂ ਹੈ। ਐਸੀ ਜਿਹੜੀਆਂ ਸਿੱਖਿਆ ਨੇ ਸਤ ਸੰਗਤ ਜੀ, ਗੁਰੂ ਘਰੋਂ ਆ ਕੇ ਪ੍ਰਾਪਤ ਕਰਕੇ ਉਹਨਾਂ ਤੇ ਅਮਲ ਕਰਕੇ ਆਪਾਂ ਗੁਰਸਿੱਖੀ ਨੂੰ ਕਮਾਉਣਾ ਹੈ। ਇਹ 10ਵੇਂ ਪਾਤਸ਼ਾਹ ਕਹਿਣ ਲੱਗੇ, ਡੱਲਿਆ ਇਹਨੇ ਗੁਰੂ ਘਰ ਦੀ ਮਾਇਆ ਬੜੀ ਗੱਫੇ ਲਾਏ, ਇਸਨੇ ਚੋਰੀ ਰੱਖਦਾ ਰਿਹਾ ਔਰ ਖਰਾਬ ਬੜੀ ਕੀਤੀ ਗੁਰੂ ਘਰ ਦੀ ਮਾਇਆ। ਤਿਸ ਅਗ ਤੇ ਇਹ ਮਿਰਗ ਤਨ ਪਾਇਓ। ਅਸੀਂ ਇਸ ਨੂੰ ਸਮਝਾਇਆ ਵੀ ਸੀ, ਪਰ ਇਹਨੇ ਪ੍ਰਵਾਹ ਨਹੀਂ ਕੀਤੀ। ਇਹ ਪਾਪ ਕਰਕੇ ਇਹ ਜੂਨੀ ਮਿਰਗ ਦੀ ਪਾਈ ਇਸਨੇ। ਸੁਣ ਡੱਲਾ ਬੇਰਾਰ ਵਿਚਾਰਾ। ਉਸ ਵੇਲੇ ਸਤ ਸੰਗਤ ਜੀ ਮਹਾਰਾਜ ਕਹਿੰਦੇ, ਹੇ ਭਾਈ ਡੱਲੇ, ਵਿਚਾਰ ਸੁਣ, ਤੈਨੂੰ ਦਸੀਏ। ਵੇ ਪਰ ਅੰਸ ਕਿਸੀ ਪ੍ਰਕਾਰਾ। ਜੇ ਕਿਸੇ ਪ੍ਰਕਾਰ ਪਰਾਈ ਅੰਸ਼ ਖਾ ਲਈਏ, ਤਿਸ ਕੋ ਅਮਿਖ ਕਾਟਿਓ ਜਾਏ। ਜਿਹੜਾ ਕਿਸੇ ਦੀ ਪਰਾਏ ਦੀ ਅੰਸ਼ ਖਾਂਦਾ ਨਾ, ਉਹਨੂੰ ਮਾਸ ਉਹਦੇ ਬਦਲੇ ਦੇਣਾ ਪੈਂਦਾ ਹੈ। ਇਨ ਕੁੱਠੇ ਰੀਂਦੇ ਅਰਖਾਏ। ਉਹਨਾਂ ਨੂੰ ਉਹਦਾ ਮਾਸ ਫਿਰ ਕੱਟਿਆ ਜਾਂਦਾ ਹੈ, ਰਿੰਨਦੇ ਰਹੇ ਲੋਕ ਖਾਂਦੇ ਹਨ। ਜੇ ਨਰ ਪਰ ਕੀ ਅੰਸ ਚੁਰਾਵੈ। ਪਰ ਧਨ ਪਰਦਾਰਾ ਪਰ ਹਰੀ, ਤਿਨ ਕੇ ਨਿਕਟ ਬਸੇ ਨਰ ਹਰੀ। ਜਿਨ੍ਹਾਂ ਨੇ ਸਤ ਸੰਗੀ ਪਰਾਇਆ ਧਨ ਤਿਆਗ ਦਿੱਤਾ, ਪਰਾਈ ਇਸਤਰੀ ਵੱਲ ਨਹੀਂ ਤੱਕਦੇ, ਕਹਿੰਦੇ ਵਾਹਿਗੁਰੂ ਤਾਂ ਉਹਨਾਂ ਦੇ ਨੇੜੇ ਨੇੜੇ ਹੀ ਫਿਰਦਾ ਹੈ। ਇੱਥੇ ਤੱਕ ਗੁਰਬਾਣੀ ਦੀ ਗਵਾਹੀ ਹੈ। ਮਹਾਰਾਜ ਕਹਿੰਦੇ, ਭਾਈ ਜਿਹੜੇ ਪਰਾਏ ਧਨ ਦੇ ਉੱਤੇ ਲੋਭ ਕਰਦੇ ਨੇ, ਖਿੱਚਦੇ ਹਨ, ਕਹਿ ਬਲ ਤੇ ਛੀਨਹਿ ਹਰਖਾਵੈ। ਜਾਂ ਧੱਕੇ ਨਾਲ ਕਿਸੇ ਕੋਲੋਂ ਖੋਹ ਲੈਂਦੇ ਹਨ ਖੁਸ਼ ਹੋ ਕੇ। ਮਿਰਗ ਬਕਰੇ ਆਦਿਕ ਤਨ ਧਰੈ। ਉਹ ਫਿਰ ਅਗਲੇ ਜਨਮ 'ਚ ਕੋਈ ਮਿਰਗ ਬਣਦਾ, ਕੋਈ ਬੱਕਰਾ ਬਣਦਾ, ਐ ਜੂਨੀ 'ਚ ਲੇਖਾ ਦਿੰਦੇ ਨੇ। ਲੈਨ ਹਾਰ ਤਿਨ ਭਖਨ ਕਰੈ। ਜਿਨ੍ਹਾਂ ਦਾ ਪਹਿਲਾ ਦੇਣਾ ਹੁੰਦਾ ਉਹ ਖਾ ਜਾਂਦੇ ਨੇ ਉਹਨਾਂ ਨੂੰ। ਸੁਆਮੀ ਅੰਸ ਚੁਰਾਵੈ ਜਈ। ਜਿਹੜੇ ਭਾਈ ਆਪਣੇ ਮਾਲਕ ਦੀ ਅੰਸ਼ ਚੁਰਾ ਲੈਣ, ਗੁਰੂ ਦੀ ਗੋਲਕ ਆਪਣੇ ਮਾਲਕ ਦੀ ਹੈ। ਇਸੀ ਦਸ਼ਾ ਦੁਖ ਪਾਵੈ ਤੇਈ। ਜਿਵੇਂ ਮਿਰਗ ਦੀ ਜੂਨੀ ਸਾਡਾ ਸਿੱਖ ਪਿਆ ਸੀ, ਹੁਣ ਇਹਨੇ ਕਲਿਆਣ ਕਰ ਦਿੱਤੀ ਹੈ। ਇਵੇਂ ਜਿਵੇਂ ਦੁੱਖ ਪਾਉਣਗੇ। ਹਮ ਤਾਂ ਬਰਜ ਰਹਿਓ ਨਹਿ ਮਾਨਿਓ। ਉਸ ਟਾਈਮ ਡੱਲੇ ਅਸੀਂ ਇਹਨੂੰ ਰੋਕ ਰਹੇ ਅਨੰਦਪੁਰ ਸਾਹਿਬ ਕਿ ਤੂੰ ਐ ਨਾ ਕਰ, ਜਿੱਥੇ ਕਿੱਥੇ ਵੀ ਰਹਿਣਾ ਗੁਰੂ ਘਰ ਦੀ ਜਿਹੜੀ ਮਾਇਆ ਉਹਨੂੰ ਸਾਂਭ ਕੇ ਵਰਤ, ਉਹਨੂੰ ਖਰਾਬ ਨਾ ਕਰ। ਜਾਂ ਤੇ ਹਸੇ ਬਰਤੰਤ ਸੁਜਾਨਿਓ। ਹੁਣ ਇਹਦਾ ਵਰਤਾਂਤ ਅਸੀਂ ਸਮਝਿਆ, ਜਦੋਂ ਮਾਰਿਆ ਤਾਂ ਹੱਸੇ ਬਈ ਹੁਣ ਟਿਕਾਣੇ ਆ ਗਈ ਤੇਰੀ ਅਕਲ ਕਿ ਨਹੀਂ। ਇਮ ਕਹਿ ਦੂਰ ਦਮ ਦਮਾ ਰਹਿਓ। ਕਿਉਂ ਆਪ ਜੀ ਕਹਿ ਕੇ ਸਤ ਸੰਗਤ ਜੀ ਸਿੱਖਾਂ ਵਿੱਚ ਸਿੰਘਾਂ 'ਚ ਪਰਚ ਰਹੇ ਨੇ। ਖਾਲਸਾ ਸਾਰਾ ਇਰਦ ਗਿਰਦ ਹੈ। ਦਿਨ ਦਾ ਛਪਾ ਹੋ ਗਿਆ, ਦਮਦਮਾ ਸਾਹਿਬ ਦੂਰ ਰਹਿ ਗਿਆ। ਪਹੁੰਚਣ ਸਮਾਂ ਨ ਮਨ ਮਹਿ ਲਹਿਓ। ਮਨ ਵਿੱਚ ਜਾਣ ਲਿਆ ਕਿ ਹੁਣ ਪਹੁੰਚ ਨਹੀਂ ਸਕਣਾ, ਅੱਧੀ ਰਾਤ ਹੋ ਜੂ, ਬੜੀ ਦੂਰ ਆ ਗਏ ਹਾਂ ਘੋੜਿਆਂ ਤੇ। ਤਰ ਕੀ ਕਰ ਅਵਲੋਕਨ ਕਰੇ। ਉੱਥੇ ਬਹੁਤੀਆਂ ਸਾਰੀਆਂ ਕਿੱਕਰਾਂ ਖੜੀਆਂ ਸੀ, ਸਤ ਸੰਗਤ ਜੀ ਦੇਖੀਆਂ। ਤਹਾਂ ਥਰੇ ਪ੍ਰਭ ਡੇਰਾ ਕਰੇ। ਮਹਾਰਾਜ ਨੇ ਕਿੱਕਰਾਂ ਥੱਲੇ ਹੀ ਸਤ ਸੰਗਤ ਜੀ ਆਸਣ ਲਾ ਦਿੱਤੇ। ਤਬ ਸਿੱਖਨ ਕਰ ਜੋਰ ਬਖਾਨਾ। ਨਾਲ ਦੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭ ਜੀ ਕਰਿਓ ਨਾ ਹਮ ਕੁਛ ਖਾਣਾ। ਮਹਾਰਾਜ ਸਵੇਰ ਦੇ ਤੁਹਾਡੇ ਨਾਲ ਸ਼ਿਕਾਰ ਚੜੇ ਹੋਏ ਆ, ਭੁੱਖੇ ਮਰਦੇ ਆ, ਕੁਝ ਨਹੀਂ ਛਕਿਆ। ਦੋਨੋਂ ਸਮੇਂ ਰਹੇ ਅਬ ਖਾਲੀ। ਨਾ ਦੁਪਹਿਰੇ ਛਕਿਆ, ਹੁਣ ਰਾਤ ਨੂੰ ਫੇਰ ਨਹੀਂ ਇੱਥੇ ਕੋਈ ਜੰਗਲ 'ਚ ਮਿਲਣਾ। ਦੋਨੋਂ ਟਾਈਮ ਭੁੱਖੇ ਹਾਂ। ਸਭ ਕੋ ਵਿਆਪੀ ਸ਼ੁਦਾ ਵਿਸਾਲੀ। ਸਾਰਿਆਂ ਨੂੰ ਬੜੀ ਭੁੱਖ ਲੱਗੀ ਹੋਈ ਹੈ ਸੱਚੇ ਪਾਤਸ਼ਾਹ। ਕਿਮ ਇਹ ਨਿਸਾ ਬਤਾਵਨ ਕਰੈ। ਰਾਤ ਸਾਡੀ ਕਿਵੇਂ ਭੁੱਖਿਆਂ ਦੀ ਬਤੀਤ ਹੋਊ। ਪ੍ਰਾਤ ਹੋਏ ਪੁਨ ਚਲ ਭੋ ਪਰੈ। ਸਵੇਰ ਹੋਊ ਤਾਂ ਮਹਾਰਾਜ ਤੁਸੀਂ ਵਾਪਸ ਮੁੜੋਗੇ, ਅਗਲੇ ਦਿਨ ਕਿਤੇ ਭੋਜਨ ਮਿਲੇਗਾ। ਸੁਨ ਸ਼੍ਰੀ ਮੁਖ ਤੇ ਹੁਕਮ ਬਖਾਨਾ। ਸੁਭਾਏਮਾਨ ਖਾਲਸੇ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਹੁਕਮ ਕਿਹਾ, ਚੜੋ ਕੀ ਕਰਾਂ ਖਰੀ ਮਹਾਨਾ। ਸਾਰੇ ਪਦਾਰਥ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਹਨ। ਕਹਿੰਦੇ ਭਾਈ ਇੱਕ ਸਿੰਘ ਕਿੱਕਰਾਂ ਤੇ ਚੜ ਜਾਓ, ਉੱਤੋਂ ਕਿੱਕਰ ਦੇ ਜਿਹੜੀ ਤੇ ਚੜੋਗੇ ਹਲੂਣੇ ਦੇਵ। ਬਲ ਤੇ ਇਹਨੂੰ ਹਲਾਵਨ ਕਰੀਏ। ਬਲ ਦੇ ਨਾਲ ਝਾੜੋ, ਉੱਤੋਂ ਕਿੱਕਰਾਂ ਦਿਓ। ਮਨ ਭਾਵ ਤਚ ਬੋ ਸ਼ੁਧ ਹਰੀਏ। ਜੋ ਤੁਹਾਡੇ ਮਨ ਦੀ ਇੱਛਾ ਹੋਊ ਉਹੀ ਪਦਾਰਥ ਡਿੱਗਣਗੇ ਕਿੱਕਰਾਂ ਤੋਂ। ਛੱਕ ਕੇ ਭੋਜਨ ਭੁੱਖ ਮਿਟੋ। ਮਾਨ ਬਾਕ ਕੋ ਪਏ ਅਰੋਹਨ। ਗੁਰੂ ਸਾਹਿਬ ਦਾ ਬਚਨ ਸਤ ਕਰਕੇ ਮੰਨਿਆ,
ਸਿੰਘ ਚੜ ਗਏ ਕਿਕਰਾਂ ਤੇ। ਗਹਿ ਚੂਣੈ ਕੀਨੈ ਦ੍ਰਿਗ ਜੋਨ, ਜਦੋਂ ਹਿਲਾਉਂਦੇ ਨੇ ਅੱਖਾਂ ਨਾਲ ਦੇਖਦੇ ਨੇ, ਅਨਕ ਭਾਂਤ ਕੇ ਪਏ ਆਹਾਰਾ। ਅਨੇਕਾਂ ਤਰ੍ਹਾਂ ਦੇ ਆਹਾਰ ਸੱਤ ਨਹੀਂ ਲਾਗੇ ਡਿੱਗਣ। ਖੁਰਮੈ ਬ੍ਰਿੰਦ ਜਲੇਬ ਉਦਾਰਾ, ਖੁਰਮੇ ਵੱਡੇ ਵੱਡੇ ਜਲੇਬ ਜਿਵੇਂ ਤਾਜ਼ੇ ਹਲਵਾਈਆਂ ਨੇ ਪਕਾ ਕੇ ਕੱਢੇ ਹੁੰਦੇ ਨੇ। ਮੋਦਕ ਆਦ ਪਰੇ ਸਮੁਦਾਈ, ਲੱਡੂ ਰੁੜਦੇ ਫਿਰਦੇ ਨੇ, ਥੱਲੇ ਚੱਕੀ ਜਾਂਦੇ ਨੇ, ਛਕੀ ਜਾਂਦੇ ਆ। ਗਨ ਭੋਜਨ ਬਰਖਾ ਬਰਖਾਈ, ਬਹੁਤ ਸਾਰੇ ਭੋਜਨ ਦੀ ਵਰਖਾ ਹੋਈ। ਉਸ ਸਥਾਨ ਦਾ ਨਾਮ ਮਠਿਆਈ ਸਰ ਹੈ, ਜਿੱਥੇ ਮਹਾਰਾਜ ਨੇ ਮਠਿਆਈਆਂ ਖਾਲਸੇ ਨੂੰ ਖਵਾ ਕੇ ਤ੍ਰਿਪਤ ਕੀਤਾ। ਖਾਏ ਖਾਏ ਕਰ ਸਿੱਖ ਤ੍ਰਿਪਤਾਨੇ, ਛਕ ਛਕ ਕੇ ਸਾਰੇ ਸਿੰਘ ਸੂਰਮੇ ਤ੍ਰਿਪਤ ਹੋ ਗਏ। ਕਿਤਕ ਸਿੰਘ ਨੈ ਕੀਨ ਸਖਾਨੇ, ਪਰ ਵਿੱਚੋਂ 15-16 ਸਿੰਘ ਐਸੇ ਦੇਖੇ ਉਹਨਾਂ ਨੇ ਛਕਿਆ ਨਹੀਂ। ਦੇਖਦੇ ਰਹੇ ਸਿੰਘਾਂ ਨੂੰ ਛਕਦਿਆਂ ਨੂੰ, ਆਪ ਭੁੱਖੇ ਹੀ ਰਹੇ। ਦੇਖਦੇ ਨੇ ਗੁਰੂ ਸਾਹਿਬ ਤਾਂ ਛਕਦੇ ਨਹੀਂ ਹਨ, ਅਸੀਂ ਕਿਉਂ ਛਕੀਏ। ਬੂਝਿਓ ਪ੍ਰਭ ਤੁਮ ਕਿਉਂ ਨਹਿ ਖਾਇਓ, ਮਹਾਰਾਜ ਸਿੰਘਾਂ ਨੂੰ ਪੁੱਛਦੇ ਆ, ਉਹਨਾਂ ਨੂੰ ਸੰਤੋਖੀਆਂ ਨੂੰ, ਭਾਈ ਤੁਸੀਂ ਕਿਉਂ ਨਹੀਂ ਛਕਦੇ। ਸਗਰੇ ਦਿਵਸ ਹਾਥ ਨਹਿ ਆਇਓ, ਤੁਹਾਨੂੰ ਨਹੀਂ ਭੁੱਖ ਲੱਗੀ, ਸਾਰਾ ਦਿਨ ਤੁਸੀਂ ਭੋਜਨ ਤੁਸੀਂ ਵੀ ਨਹੀਂ ਛਕਿਆ। ਹਾਥ ਜੋੜ ਕੈ ਸਿੱਖ ਜਿਸਿਆਨੇ, ਹੱਥ ਜੋੜ ਕੇ ਜਿਹੜੇ ਸਿਆਣੇ ਸਿੱਖ ਸੰਤੋਖੀ ਸੀ ਉਹ ਲੱਗੇ ਕਹਿਣ, ਸ਼੍ਰੀ ਪ੍ਰਭ ਆਪ ਨ ਕੀਨ ਸਖਾਨੇ। ਇਹ ਮਹਾਰਾਜ ਤੁਸੀਂ ਨਹੀਂ ਮੁਖ ਵਿੱਚ ਪਾਇਆ। ਗੁਰੂ ਕੇ ਖਾਲਸੇ ਦਾ ਧਰਮ ਹੈ, ਪਗ ਭੋਗ ਲਵਾ ਕੇ ਖਾਲਸਾ ਛਕਦਾ ਹੈ। ਅਰਦਾਸਾ ਸੋਧਦਾ ਭੋਜਨ ਦਾ, ਮਹਾਰਾਜ ਨੂੰ ਭੋਗ ਲਵਾਉਂਦਾ, ਫੇਰ ਛਕੀਦਾ ਹੈ। ਤੁਸੀਂ ਤਾਂ ਮਹਾਰਾਜ ਛਕਿਆ ਨਹੀਂ। ਕਿਮ ਹਮ ਖਾਏ ਸਕਹਿ ਤੁਮ ਬਿਨਾ, ਤੁਸੀਂ ਭੁੱਖੇ ਹੋਵੋ, ਅਸੀਂ ਕਿਵੇਂ ਛਕੀਏ। ਮਹਾਰਾਜ ਜੀ ਨਹੀਂ ਕੀਤਾ ਸਾਡਾ ਖਾਣ ਨੂੰ। ਸੁਨ ਪ੍ਰਸੰਨ ਹੋਵੈ ਸ਼੍ਰੀ ਮੁਖ ਭਨਾ, ਮਹਾਰਾਜ ਬੜੇ ਖੁਸ਼ ਹੋਏ। ਇਹਨਾਂ ਪ੍ਰੇਮੀਆਂ ਨੂੰ ਦੇਖ ਕੇ ਸੱਚੇ ਪਾਤਸ਼ਾਹ ਨੇ ਮੂੰਹੋਂ ਕਿਹਾ, ਇਹ ਸਿੱਖ ਗੁਰਮੁਖ ਲਿਓ ਵਿਚਾਰੇ। ਸਾਰੇ ਖਾਲਸੇ ਨੂੰ ਸੰਬੋਧਨ ਕਰਕੇ ਕਿਹਾ, ਖਾਲਸਾ ਜੀ ਆ ਜਿਹੜੇ ਸਿੰਘਾਂ ਨੇ ਛਕਿਆ ਨਹੀਂ ਨਾ ਹੈ ਭੋਜਨ, ਇਹ ਗੁਰਮੁਖ ਸਿੱਖ ਨੇ, ਇਹਨਾਂ ਨੇ ਗੁਰਮੁਖ ਅਵਸਥਾ ਪਾਈ ਹੈ। ਪੇਟ ਪਾਲ ਹੈ ਅਚਬਨ ਵਾਰੇ, ਜਿੰਨੇ ਛਕਣ ਵਾਲੇ ਸਭ ਪੇਟ ਪਾਲ ਹੀ ਨੇ, ਉਹ ਗੁਰਮੁਖ ਨਹੀਂ ਹਨ। ਮਨ ਮੁਖ ਪੀਸਹਿ ਕਹੈ ਕਨੇਰੇ, ਜਿਹੜੇ ਮਨਮੁਖ ਵੀ ਹੋਣਗੇ ਆਪਣੇ ਆਪ ਨੂੰ ਸਿੱਖ ਸਦਾਉਣਗੇ, ਹੋਣਗੇ ਮਨਮੁਖ, ਕਿਹਾ ਕਰਨਗੇ ਅਸੀਂ ਗੁਰੂ ਖਾਲਸਾ ਅਸੀਂ ਸਿੱਖ ਹਾਂ, ਇਹ ਜਿਹੇ ਵੀ ਸਾਡੇ ਪੰਥ ਵਿੱਚ ਹੋਣਗੇ। ਸਿੱਖੀ ਪਾਵਨ ਦੂਰ ਬਡੇਰੇ, ਸਿੱਖੀ ਪ੍ਰਾਪਤ ਕਰਨੀ ਭਾਈ ਬਹੁਤ ਹੀ ਦੂਰ ਹੈ। ਦੇਖਾ ਦੇਖੀ ਦੀ ਸਿੱਖੀ ਵੀ ਹੈ, ਹਿਰਸ ਦੀ ਵੀ ਹੈ, ਇਉਂ ਧੰਦੇ ਦੀ ਵੀ ਹੈ। ਕੰਮ ਮਤਲਬ ਹੋਣਾ, ਚਲੋ ਸਿੱਖ ਬਣ ਗਏ। ਦੇਖਾ ਦੇਖੀ ਵੀ ਹੋ ਜਾਂਦਾ ਹੈ, ਉਹ ਸਿੱਖੀ ਧੁਰ ਨਹੀਂ ਨਿਭਦੀ। ਇੱਕ ਸਿੱਖੀ ਰੇਖਦੀ, ਇੱਕ ਭੇਖਦੀ, ਇੱਕ ਪਿੱਛੇ ਮੁੜ ਮੁੜ ਦੇਖਦੀ, ਇੱਕ ਗਧੇ ਵਾਂਗੂ ਲੇਟਦੀ। ਇੱਕ ਸਿੱਖੀ ਦਾ ਧਾਰਲੀ ਲੀਡਰ ਬਣ ਗਏ, ਜਦੋਂ ਗੁਰੂ ਘਰੋਂ ਕੋ ਗੱਫਾ ਮਿਲਿਆ ਘਰਦਿਆਂ ਨੂੰ ਭੇਜ ਦਿੱਤਾ। ਇਹ ਹਿਰਸ ਦੀ ਸਿੱਖੀ ਹੈ। ਇਹੀਆਂ ਜਿਹੀਆਂ ਸਿੱਖੀਆਂ ਨਹੀਂ ਨਿਭਦੀਆਂ। ਸਿੱਖੀਆਂ ਖਾਲਸਾ ਜੀ ਦੋ ਨੇ, ਇੱਕ ਸਿਦਕ ਦੀ, ਇੱਕ ਪ੍ਰੇਮ ਦੀ। ਪ੍ਰੇਮ ਭਾਵਨਾ ਨਾਲ ਨਾਮ ਰਸ ਦੇ ਵਿੱਚ ਬਿਰਤੀ ਜੋੜੀ ਰੱਖਣੀ, ਕੋਈ ਲਾਲਚ ਲਿਪਸਾ ਨਹੀਂ ਹੈ। ਸੰਗਤ ਦੀ ਆ ਕੇ ਸੇਵਾ ਕਰਨੀ, ਸਾਰਿਆਂ ਤੋਂ ਆਪਣੇ ਆਪ ਨੂੰ ਸਤ ਸੰਗਤ ਜੀ ਸਾਰਿਆਂ ਦੀ ਧੂੜੀ ਸਮਝਣਾ। ਚੱਛਾ ਚੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਇਹ ਪ੍ਰੇਮ ਦੀ ਸਿੱਖੀ ਨਿਭਾਉਣੀ। ਨਾਲ ਹੀ ਜੇ ਕਿਤੇ ਕੋਈ ਜ਼ੁਲਮ ਕਰਨ ਵਾਲੇ ਬਾਹਰੋਂ ਇਹ ਸੰਗਤ ਦੇ ਉੱਤੇ ਕੋਈ ਧੱਕਾ ਹੋਵੇ, ਫਿਰ ਸ਼ਸਤਰਧਾਰੀ ਹੋ ਕਰਕੇ ਸਿਦਕ ਨਿਭਾ ਦੇਣਾ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾੜੈ ਖੇਤ। ਉਹ ਜਿਹੜਾ ਸੂਰਮਾ ਅਬ ਜੂਝਣ ਕੋ ਦਾਓ, ਉਹ ਇਹੋ ਸਮਝ ਲੈਂਦਾ ਭਗਤੀ ਕਰਦੇ ਨੂੰ ਆ ਜਿਹੜੇ ਵਿਘਨ ਪਏ ਨੇ ਨਾ, ਇਹਨਾਂ ਵਿਘਨਾਂ ਨੂੰ ਟਾਲਣ ਵਾਸਤੇ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀ ਹੈ। ਉਹ ਸੇਵਾ ਕਰਦਾ ਜੇ ਸ਼ਹੀਦੀ ਪਾ ਜਾਵੇ, ਨਾ ਦੇਖੇ ਕਿ ਪਰਤ ਪੱਕੀ ਬਲੀ ਨੇ, ਉੱਥੇ ਜੂਝ ਜਾਵੇ, ਉਹਦੀ ਕੁਰਬਾਨੀ ਸੱਚ ਜੀ ਦੇਖੇ ਚਾ ਮੁੜ ਕੇ ਜੰਮਣ ਵਾਰਨ ਮਿਟ ਜਾਂਦਾ ਹੈ। ਦੂਸਰੇ ਪਕਸ਼ ਦੇ ਅੰਦਰ ਇਹ ਸਿਦਕ ਦੀ ਸਿੱਖੀ ਮਹਾਰਾਜ ਨੇ ਤਾਂ ਖਾਲਸੇ ਨੂੰ ਦਿੱਤੀ ਹੈ, ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਛੇਤੀ ਹੋ ਜਾਂਦੀ ਹੈ। ਧਾਰਮਿਕ ਲਾਈਨ ਪਕੜੀ ਦੀ ਹੈ ਬਹੁਤ ਪੱਖਾਂ ਤੋਂ। ਇੱਕ ਤਾਂ ਪਕੜੀ ਦੀ ਹੈ ਡਰਦੇ ਸੰਸਾਰ ਦੇ ਦੁੱਖਾਂ ਤੋਂ ਬਚ ਰਹੀਏ, ਗੁਰੂ ਕਦੇ ਦਾ ਬਾਹ ਫੜੂਗਾ ਹੀ। ਸਾਰੇ ਆਪਾਂ ਸਕਾਮੀ ਹੈ, ਦੁੱਧ ਮੰਗਦੇ, ਪੁੱਤ ਮੰਗਦੇ, ਬਹੁਤ ਕੁਝ ਮੰਗਦੇ। ਜਦ ਉਹ ਜਿਹੜੀ ਚੀਜ਼ ਮੰਗ ਲੈਂਦੇ ਫਿਰ ਉਹ ਤੋਂ ਦੁੱਖ ਵੀ ਪੈਦਾ ਹੁੰਦਾ। ਪੁੱਤ ਤਾਂ ਮੰਗ ਲਿਆ ਬੇਨਤੀਆਂ ਕਰਕੇ। ਆ 6 ਮਹੀਨੇ ਹੋਏ ਪਿੱਛੇ ਸਤ ਸੰਗਤ ਜੀ, ਇੱਕ ਪ੍ਰੇਮੀ ਆਇਆ ਮੈਨੂੰ ਕਹਿੰਦਾ ਜੀ ਮੈਂ ਤਾਂ ਬਹੁਤ ਦੁਖੀ ਹਾਂ। ਮੈਂ ਕਿਹਾ ਕਿਉਂ? ਮੈਂ ਕਿਹਾ ਗੁਰੂ ਘਰ ਦੁੱਖ ਨਿਵਰਤ ਹੁੰਦੇ ਆ, ਕੋਈ ਵਿਅਕਤੀ ਨਹੀਂ ਦੁੱਖ ਕਿਸੇ ਦੇ ਨਿਵਰਤ ਕਰ ਸਕਦਾ। ਕਹਿਣ ਲੱਗਾ ਜੀ ਮੈਂ ਤਾਂ ਤੁਹਾਡੇ ਨਾਲ ਭਾਵਨਾ ਨਾਲ ਹੀ ਆਇਆ, ਮੇਰੇ ਕੋਈ ਲੜਕਾ ਨਹੀਂ ਸੀ, 15 ਸਾਲ ਮੈਂ ਸਾਧ ਸੰਤ ਨਹੀਂ ਕੋਈ ਛੱਡਿਆ,
ਹਾਰ ਕੇ ਮੈਨੂੰ ਕਿੰਨੇ ਗੁਰਮੁਖਾਂ ਨੇ ਕਿਹਾ ਵੀ ਤਰਨ ਤਾਰਨ ਸਾਹਿਬ ਦੀਆਂ ਬੱਸਿਆ ਇਸ਼ਨਾਨ ਕਰ। ਬਹੁਤ ਸਾਰੇ ਸਾਧਨ ਕੀਤੇ। ਮੈਨੂੰ 15 ਸਾਲ ਬਾਅਦ ਇੱਕ ਪੁੱਤਰ ਪ੍ਰਾਪਤ ਹੋਇਆ। ਜਦੋਂ ਉਹ ਪ੍ਰਾਪਤ ਹੋ ਗਿਆ 2 ਸਾਲ ਬਾਅਦ ਇੱਕ ਹੋਰ ਵੀ ਹੋ ਗਿਆ, ਫਿਰ 2 ਪ੍ਰਾਪਤ ਹੋ ਗਏ। ਅੱਜ ਮਹਾਰਾਜ 4 ਮਹੀਨੇ ਹੋ ਗਏ। ਜਿਹਨੂੰ 15 ਸਾਲ ਮੰਗ ਕੇ ਲਿਆ ਨਾ, ਉਹ 15-16 ਸਾਲ ਦਾ ਹੋ ਕੇ ਚੜ੍ਹਾਈ ਕਰ ਗਿਆ। ਮੇਰਾ ਮਨ ਇਸ ਵੇਲੇ ਮਾਰਾ ਬੜਾ ਹੀ ਦੁਖੀ ਹੈ। ਜੇ ਮੈਨੂੰ ਪਤਾ ਹੁੰਦਾ ਵੀ ਇਹਨੇ ਨਹੀਂ ਰਹਿਣਾ, ਮੇਰੇ ਜਿਉਂਦੇ ਜਿਉਂਦੇ ਚਲੇ ਜਾਣਾ, ਮੈਂ ਕਦੇ ਵੀ ਨਾ ਭੁੱਲ ਕੇ ਮੰਗਦਾ। ਗੁਰੂ ਨੂੰ ਤਾਂ ਪਤਾ ਸੀ ਵੀ ਨਹੀਂ ਰਹਿਣਾ, ਉਹ ਮੰਗਿਆ। ਜੇ ਗੁਰੂ ਕਹਿੰਦਾ ਕਾਹਨੂੰ ਮੰਗਦਾ ਭਾਈ, ਦੁੱਖ ਰੂਪ ਆ। ਪਰ ਇਹ ਨਹੀਂ ਨਾ ਪਤਾ ਹੁੰਦਾ ਕਿ ਪਦਾਰਥ ਤਾਂ ਮੰਗਦੇ ਹਾਂ ਆਪਾਂ, ਲੇਕਿਨ ਉਹ ਸਾਨੂੰ ਦੁੱਖ ਦੇਣਗੇ ਕਿ ਸੁੱਖ ਦੇਣਗੇ, ਇਹ ਨਹੀਂ ਆਪਾਂ ਨੂੰ ਪਤਾ ਹੈ। ਇਸ ਕਰਕੇ ਸਤ ਸੰਗਤ ਜੀ, ਕਦੇ ਵੀ ਧੱਕੇ ਨਾਲ ਹਨੋਰਾ ਨਾ ਮਾਰੋ, ਮਹਾਰਾਜ ਤੂੰ ਮੈਨੂੰ ਆਹ ਨਹੀਂ ਦਿੱਤਾ ਹੈ, ਕੀ ਪਤਾ ਆਪਣਾ ਭਲਾ ਹੀ ਹੋਇਆ। ਜੇ ਉਹ ਪੁੱਤਰ ਨਾ ਜਨਮ ਦਿੰਦੇ, ਹਨੋਰੇ ਤਾਂ ਉਹ ਮਾਰਦਾ ਮਾਰਾ, ਮੈਂ ਬੜੀ ਸਿੱਖੀ ਕਮਾਈ, ਮੈਂ ਦਾਨ ਕੀਤਾ, ਕੋਈ ਕੀਤਾ, ਮੈਨੂੰ ਪੁੱਤਰ ਵੀ ਨਹੀਂ ਦਿੱਤਾ। ਲੇਕਿਨ ਆਹ ਜਿਹੜਾ ਮਿਲ ਕੇ 15 ਸਾਲ ਪਾਲ ਦਿੱਤਾ, ਸਭ ਕੁਝ ਲੈ ਕੇ ਪੁੱਤਰ ਅਚਨਚੇਤ ਹੀ ਸਮਾ ਗਿਆ, ਉਹ ਦੁੱਖ ਹੁਣ ਸਾਰੀ ਜ਼ਿੰਦਗੀ ਝੱਲਿਆ ਜਾਊ। ਖਾਲਸਾ ਜੀ, ਗੁਰੂ ਸਾਹਿਬ ਪਤਾ ਨਹੀਂ ਕਿਹੜੀ ਮੌਜ ਵਿੱਚ ਹਨ। ਇਸੇ ਕਰਕੇ ਭਾਣੇ 'ਚ ਰਹਿਣਾ ਚਾਹੀਏ। ਸੋ ਸਿੱਖੀ ਸਾਧ ਸੰਗਤ ਜੀ ਸਿਦਕ ਦੀ ਪ੍ਰੇਮ ਨਾਲੋਂ ਅਧਿਕ ਹੈ। ਕਿਉਂ? ਸਰਬਲੋਕ ਦੇ ਗ੍ਰੰਥ ਦੇ ਅੰਦਰ 10ਵੇਂ ਪਾਤਸ਼ਾਹ ਦਾ ਕਥਨ ਹੈ, ਉੱਥੇ ਬੀਰ ਜਨਾਦ ਰਾਖਸ਼ ਦਾ ਭਗਵਾਨ ਦੇ ਨਾਲ ਜੰਗ ਹੈ। ਜਦੋਂ ਮੁਕਾਬਲੇ ਤੇ ਆਏ, ਭਗਵਾਨ ਕਹਿੰਦਾ ਉਹ ਰਾਖਸ਼ਾ ਮੇਰੇ ਨਾਲ ਜੰਗ ਕਰੇਗਾ? ਕਹਿੰਦਾ ਕਰੂੰਗਾ। ਸਾਰੀ ਦੁਨੀਆ ਮੇਰੀ ਭਗਤੀ ਕਰਦੀ ਹੈ, ਮੈਨੂੰ ਹੱਥ ਜੋੜਦੇ ਨੇ, ਤੂੰ ਮੇਰੇ ਨਾਲ ਜੰਗ ਲੜੇਗਾ? ਕਹਿੰਦਾ ਹਾਂ। ਕਹਿੰਦਾ ਤੇਰਾ ਨਹੀਂ ਜੀ ਕਰਦਾ ਭਗਤੀ ਕਰਨ ਨੂੰ? ਕਹਿੰਦਾ ਨਾ। ਕਹਿੰਦਾ ਭਗਤੀ ਕਰਾਉਣੀ ਨਾ ਕਰਾਉਣੀ ਤੇਰੇ ਇਖਤਿਆਰ ਹੈ, ਤੇਰੇ, ਤੂੰ ਪਰਮੇਸ਼ਰ ਨਹੀਂ? ਕਹਿੰਦਾ ਹਾਂ। ਕਹਿੰਦਾ ਫਿਰ ਜੇ ਭਗਤੀ ਕਰਾਉਣੀ ਸੀ ਮੈਨੂੰ ਦੇਵਤਿਆਂ ਦੇ ਘਰ ਜਨਮ ਦਾ ਰਾਖਸ਼ਾਂ ਦੇ ਹੀ ਦੇਣਾ ਸੀ, ਜਨਮ ਤਾਂ ਦੇਣਾ ਤੇਰੇ ਇਖਤਿਆਰ ਹੈ। ਤੂੰ ਮੈਨੂੰ ਦਿੰਦਾ ਧਰਮੀ ਗ੍ਰਸਤੀਆਂ ਦੇ ਘਰ ਜਨਮ, ਸ਼ਰਾਬੀਆਂ ਕਬਾਬੀਆਂ ਨੇ ਨਾ ਦਿੰਦਾ, ਫਿਰ ਮੈਂ ਤੇਰੀ ਰਜ ਰਜ ਕੇ ਭਗਤੀ ਕਰਦਾ। ਤੂੰ ਮੈਨੂੰ ਜਨਮ ਦਿੱਤਾ ਰਾਖਸ਼ਾਂ ਦੇ, ਰਾਖਸ਼ਾਂ ਦਾ ਆਹਾਰ ਕੀ ਹੈ? ਜੋ ਕੁਛ ਹੈ ਉਹ ਮੈਂ ਛਕਦਾ, ਕਿਉਂ ਕਰਾਂ ਤੇਰੀ ਭਗਤੀ ਨਹੀਂ ਕਰਦਾ ਮੈਂ? ਭਗਤੀ ਕਰਾਉਣੀ ਸੀ ਤਾਂ ਤੂੰ ਮੈਨੂੰ ਦੂਸਰੇ ਪਾਸੇ ਜਨਮ ਦਿੰਦਾ। ਹੁਣ ਮੈਂ ਤੇਰੇ ਮੁਕਾਬਲੇ ਤੇ ਆਇਆ, ਮੈਂ ਜੰਗ ਲੜਾਂਗਾ। ਕਹਿੰਦਾ ਮੈਂ ਤੈਨੂੰ ਮਾਰ ਦੂੰਗਾ। ਕਹਿੰਦਾ ਸੂਰਮੇ ਨੂੰ ਤਾਂ ਇਹ ਭੈ ਹੀ ਨਹੀਂ ਹੁੰਦਾ ਵੀ ਤੂੰ ਮੈਂ ਮਰ ਜੂੰ ਜਾਂ ਮਾਰ ਦੂੰ। ਪਰ ਤੂੰ ਇਹ ਦੇਖ ਲੈ ਤੇਰੀ ਭਗਤੀ ਦਾ ਫਲ ਕੀ ਹੈ। ਜਿਹੜੀ ਤੂੰ ਮੇਰੇ ਕੋਲ ਭਗਤੀ ਕਰਾਉਣੀ ਚਾਹੁੰਦਾ, ਭਗਤੀ ਦਾ ਫਲ ਹੈ ਤੇਰੇ ਭਗਤ ਹੱਥ ਜੋੜ ਜੋੜ ਬੇਨਤੀਆਂ ਕਰਦੇ ਨੇ, ਜੁੜ ਜੁੜ ਕੇ ਕੋਈ ਪੁੱਠੇ ਲਟਕਦਾ, ਕੋਈ ਧਾਰ ਜਲ ਧਾਰੇ ਕਰਦਾ, ਹੇ ਭਗਵਾਨ ਦਰਸ਼ਨ ਦੇ ਦੇ, ਹੇ ਭਗਵਾਨ ਦਰਸ਼ਨ ਦੇ ਦੇ। ਤੂੰ ਫਿਰ ਕੀ ਕਰਦਾ ਹੈ ਨਾ, ਥੋੜ੍ਹਾ ਜਿਹਾ ਦਰਸ਼ਨ ਦੇ ਕੇ ਜਦੇ ਲੁਕ ਜਾਣਾ, ਫਿਰ ਉਹ ਤੜਫਦੇ ਰਹਿੰਦੇ ਨੇ। ਤੇਰੀ ਮੈਂ ਭਗਤੀ ਤਾਂ ਨਹੀਂ ਕੀਤੀ, ਤੈਨੂੰ ਸਾਹਮਣੇ ਦੇਖ ਰਿਹਾ ਮੈਂ। ਅੱਜ ਮੇਰੇ ਉੱਤਮ ਭਾਗ ਤਾਂ ਆ ਨੇ, ਤੇਰੀ ਭਗਤੀ ਕਰੀ ਤੋਂ ਬਿਨਾ ਮੈਂ ਤੇਰੇ ਸਾਖਸ਼ਾਤ ਦਰਸ਼ਨ ਕਰ ਰਿਹਾ ਹਾਂ। ਇਹ ਭਗਤ, ਇਹ ਦਰਸ਼ਨ ਤੂੰ ਭਗਤਾਂ ਨੂੰ ਨਹੀਂ ਦਿੰਦਾ ਜਿਨ੍ਹਾਂ ਤੋਂ ਭਗਤੀ ਕਰਾਉਣਾ। ਦੂਸਰੇ ਪਕਸ਼ ਅੰਦਰ ਤੂੰ ਦਬਕਾ ਮਾਰਦਾ, ਮੈਂ ਤੈਨੂੰ ਮਾਰ ਦੂੰ। ਜੇ ਤੂੰ ਮੈਨੂੰ ਮਾਰ ਦੇ ਤਾਂ ਮੈਂ ਮੋਕਸ਼ ਨੂੰ ਪ੍ਰਾਪਤ ਹੋ ਜਾਊਂਗਾ। ਕਿਉਂ? ਜਿੰਨਾ ਸ਼ਿਕਾਰ ਮਾਰਾ ਖੇਡਦੇ, ਜਿੰਨੇ ਜੀਵਾਂ ਨੂੰ ਸਤ ਸੰਗੀ ਮਾਰਦੇ, ਆਪ ਜੀ ਕਲਿਆਣ ਕਰ ਰਹੇ ਹਨ, ਉਹਨਾਂ ਦੇ ਜੰਮਣ ਮਰਨ ਮੇਟ ਰਹੇ ਹਨ। ਇਸ ਕਰਕੇ ਗੁਰ ਕੀ ਕਰਨੀ ਕਾਹੇ ਧਾਵੋ, ਕਥਾ ਤੋਂ ਇਹ ਸਾਰ ਅੰਸ਼ ਨਹੀਂ ਲੈਣੀ ਕਿ ਲੋ ਗੁਰੂ ਸਾਹਿਬ ਸ਼ਿਕਾਰ ਖੇਡਦੇ ਆਪਾਂ ਵੀ ਰਫਰ ਚੱਕ ਕੇ ਤੁਰ ਪਈਏ। ਨਹੀਂ, ਇਹ ਨਹੀਂ ਕੰਮ। ਗੁਰੂ ਸਾਹਿਬ ਦਾ ਹੁਕਮ ਮੰਨਣਾ ਹੈ, ਗੁਰੂ ਕੀ ਰੀਸ ਨਹੀਂ ਕਰਨੀ। ਜਿਸ ਵੇਲੇ ਸਮੁੰਦਰ ਦੇ ਉੱਤੋਂ ਦੀ ਆਪ ਜੀ ਚੱਲਣ ਲੱਗੇ, ਗੁਰੂ ਨਾਨਕ ਦੇਵ ਜੀ, ਮਰਦਾਨਾ ਕਹਿੰਦਾ ਮਹਾਰਾਜ ਮੈਂ ਕਿਨਾਰੇ ਤੇ ਖੜ ਗਿਆ, ਸਤਿਗੁਰੂ ਜੀ ਪਾਣੀ ਤੇ ਖੜੇ। ਕਹਿੰਦੇ ਆ ਜਾ ਮਰਦਾਨੇ, ਕਹਿੰਦਾ ਡੁੱਬ ਜੂ ਜੀ। ਕਹਿੰਦੇ ਚੰਗਾ ਫਿਰ ਨੇਚਾ ਧਾਰ, ਓਮ ਸੋਹੰ ਜਪ। ਮਰਦਾਨੇ ਨੇ ਸਤ ਸੰਜੋਗ ਸੋਹੰ ਜਪਣਾ ਸ਼ੁਰੂ ਕਰ ਦਿੱਤਾ, ਪਾਣੀ 'ਚ ਡੁੱਬਿਆ ਹੀ ਨਹੀਂ, ਉਵੇਂ ਜਿਵੇਂ ਧਰਤੀ ਤੇ ਥੱਲੇ ਜਾਂਦਾ ਤੁਰਨ ਲੱਗ ਗਿਆ। ਜਿਸ ਵੇਲੇ ਬਹੁਤ ਸਾਰਾ ਸਮੁੰਦਰ ਲੰਘ ਗਏ, ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਸੀ। ਥੋੜ੍ਹੀ ਜਿਹੀ ਉੱਚੀ ਆਵਾਜ਼ ਨਾਲ ਜਦੋਂ ਵਾਹਿਗੁਰੂ ਕਿਹਾ, ਮਰਦਾਨਾ ਕਹਿੰਦਾ ਦੇਖੋ ਇਹ ਗੁਰੂ ਦੇ ਨਾਲ ਮੈਂ ਰਹਿਣਾ, ਭੇਤ ਫੇਰ ਨਹੀਂ ਇਹ ਦਿੰਦੇ। ਆਪ ਕੁਝ ਹੋਰ ਜਪਦੇ ਨੇ, ਮੈਨੂੰ ਕੁਝ ਹੋਰ ਕਹਿੰਦੇ ਨੇ ਜਪ। ਇਹ ਪਰਦਾ ਰੱਖਦੇ ਨੇ। ਜਦੋਂ ਲੱਗਾ ਵਾਹਿਗੁਰੂ ਵਾਹਿਗੁਰੂ ਕਰਨ, ਓਮ ਸੋਮ ਛੱਡ ਕੇ ਜਦੇ ਡੁੱਬਣ ਲੱਗ ਗਿਆ। ਜਦੋਂ ਖਾਧੇ ਗੋਤੇ ਮਾਰੇ ਪਿਛਲੇ ਪਿਛ ਨੂੰ, ਕਹਿੰਦੇ ਮਰਦਾਨਿਆ ਓਮ ਸੋਮ ਕਹਿ। ਜਦੋਂ ਓਮ ਸੋਮ ਕਿਹਾ, ਜਦੇ ਫੇਰ ਤਰਨ ਲੱਗ ਗਿਆ।
ਜੋ ਗੁਰ ਦੀਆ ਸੋ ਮਨ ਕੇ ਕਾਮ। ਸਾਰੇ ਪਰਮੇਸ਼ਰ ਦੇ ਹੀ ਨਾਮ ਹਨ। ਜੋ ਗੁਰੂ ਦਿੰਦਾ ਹੈ ਉਹ ਆਪਣੇ ਮਨ ਦੇ ਕੰਮ ਆਉਣ ਵਾਲਾ ਹੈ। ਇਸ ਕਰਕੇ ਪੰਥ ਖਾਲਸੇ ਦੇ ਅੰਦਰ ਮਹਾਰਾਜ ਜੀ ਨੇ ਵਾਹਿਗੁਰੂ ਨਾਮ ਆਪਾਂ ਨੂੰ ਦ੍ਰਿੜ ਕਰਵਾਇਆ ਹੈ। ਦੂਸਰੇ ਨਾਮ ਨਿੰਦਣੇ ਯੋਗ ਨਹੀਂ ਹੈ। ਮਹਾਰਾਜ ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਕਰਨੀ ਵੱਲ ਨਾ ਦੇਖ ਤੂੰ ਬਈ ਉਹ ਵਾਹਿਗੁਰੂ ਜਪਦਾ ਕੀ ਕਰਦਾ ਹੈ। ਜੋ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਹ ਸਤ ਕਰਕੇ ਮੰਨ। ਸੋ ਸਾਧ ਸੰਗਤ ਜੀ, ਇਸ ਕਰਕੇ ਉਸ ਵੇਲੇ ਕਹਿਣ ਲੱਗਾ ਰਾਖਸ਼, ਕਹਿਣ ਲੱਗਾ ਆ ਮੇਰੇ ਮੁਕਾਬਲੇ ਤੇ ਜੇ ਤਾਂ ਤੂੰ ਮੈਨੂੰ ਮਾਰ ਦੇਵੇਂ ਤਾਂ ਮੈਂ ਮੁਕਤ ਹਾਂ, ਮੇਰਾ ਜੰਮਣ ਮਰਨ ਸਭ ਚੱਕਿਆ ਗਿਆ। ਜੇ ਮੈਂ ਤੈਨੂੰ ਮਾਰ ਦਿਆਂ ਤਾਂ ਫਿਰ ਤੂੰ ਭਗਵਾਨ ਨਹੀਂ, ਪਖੰਡੀ ਬਣ ਕੇ ਆਇਆ ਹੋਇਆ ਕੋਈ। ਉਸ ਵੇਲੇ ਕਹਿੰਦਾ ਆ ਮੇਰੇ ਨਾਲ ਜੰਗ ਕਰ, ਮੈਂ ਨਹੀਂ ਤੇਰੀ ਭਗਤੀ ਕਰਦਾ। ਐਸਾ ਜੰਗ ਕੀਤਾ ਖਾਲਸਾ ਜੀ, ਸ਼ਹੀਦੀ ਪ੍ਰਾਪਤ ਕਰਦੀ ਔਰ ਮੋਕਸ਼ ਨੂੰ ਪ੍ਰਾਪਤ ਹੋਇਆ। ਐਵੇਂ ਨਹੀਂ ਐਸੀਆਂ ਜਿਹੜੀਆਂ ਸਤਸੰਗ ਜੀ ਬਾਣੀਆਂ ਕਲਗੀਧਰ ਪਾਤਸ਼ਾਹ ਨੇ ਵੀਰ ਰਸੀ ਰਚੀਆਂ, ਜਿਨ੍ਹਾਂ ਦੇ ਉੱਤੇ ਥਾਂ ਥਾਂ ਤੇ ਅਸੀਂ ਜਿੰਨੇ ਕਾਇਰ ਹਾਂ, ਜੇਬੀ ਗਿਆਨੀ ਹਮਲੇ ਕਰ ਰਹੇ, ਆਹ ਬਾਣੀ ਗੁਰੂ ਕੀ ਨਹੀਂ ਹੈ, ਆਹ ਹੋਰ ਹੈ, ਆਹ ਹੋਰ ਹੈ। ਐਸੀਆਂ ਭ੍ਰਾਂਤੀਆਂ ਇਹ ਸਤਸੰਗ ਜਿੰਨਾ ਚਿਰ ਪਹਿਣਗੀਆਂ ਉਹਨਾਂ ਚਿਰ ਸਾਡੇ ਮੰਦ ਭਾਗ ਜਾਗਣਗੇ, ਸਮਝੋ। ਸੋ ਇਸ ਕਰਕੇ ਸਤਸੰਗ ਜੀ, ਸਿਦਕ ਦੀ ਸਿੱਖੀ ਜਿਹੜੇ ਖਾਲਸੇ ਨੇ ਨਿਭਾਈ, ਉਹਨਾਂ ਤੋਂ ਰੋਜ਼ ਅਰਦਾਸਾਂ ਹੁੰਦੀਆਂ ਸ਼ਹੀਦਾਂ ਸਿੰਘਾਂ ਦੀਆਂ। ਸਤਸੰਗਤ ਜੀ, ਜਿਨ੍ਹਾਂ ਪ੍ਰੇਮੀਆਂ ਸੰਤਾਂ ਭਗਤਾਂ ਨੇ ਪ੍ਰੇਮ ਦੀ ਸਿੱਖੀ ਨਿਭਾਈ, ਭਾਈ ਕਨ੍ਹਈਆ ਜੈਸਿਆਂ ਨੇ, ਹੋਰ ਬੇਅੰਤ ਗੁਰਸਿੱਖਾਂ ਨੇ, ਕਿੰਨੇ ਅਕ ਦੇ ਨਾਮ ਲਈਏ। ਤਾਰੇ ਗਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਹੇ ਗੁਰੂ ਨਾਨਕ ਦੇਵ ਜੀ, ਆਕਾਸ਼ ਦੇ ਤਾਰੇ ਗਿਣੇ ਜਾਣ ਤਾਂ ਗਿਣੇ ਜਾਣ, ਜਿੰਨੇ ਤੁਸੀਂ ਗੁਰਬਾਣੀ 'ਚ ਲਾ ਕੇ ਤਾਰ ਦਿੱਤੇ ਉਹ ਗਿਣੇ ਨਹੀਂ ਜਾਂਦੇ ਹਨ। ਅੱਜ ਕਿਹੜਾ ਸਤ ਸੰਗਤ ਜੀ ਬਸ ਹੋ ਗਈ। ਅੱਜ ਵੀ ਗੁਰਬਾਣੀ ਦੇ ਆਸਰੇ ਪ੍ਰੇਮੀ ਅਨੇਕਾਂ ਰਾਹਾਂ ਲੈਂਦੇ ਹਨ। ਜਿਵੇਂ ਆਪਾਂ ਬੈਠੇ ਆ, ਗਿਣ ਸਕਦੇ ਹਾਂ ਦੁਨੀਆ ਦੇ ਤਖਤੇ ਤੇ ਕਿੰਨੇ ਗੁਰਦੁਆਰਿਆਂ ਵਿੱਚ ਸਤ ਸੰਗਤ ਜੀ ਸੰਗਤ ਰਾਹਾਂ ਲੈ ਰਹੀ ਹੈ। ਇਹ ਸਭ ਪੁੰਨ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਸੋ ਆਓ ਸਤ ਸੰਗਤ ਜੀ, ਆਪ ਜੀ ਦਾ ਜੋ ਹੁਕਮ ਹੈ, ਉਪਦੇਸ਼ ਹੈ, ਸੁਣੀਏ। ਸਿੱਖੀ ਪਾਵਨ ਦੂਰ ਵਡੇਰੇ। ਮਹਾਰਾਜ ਕਹਿੰਦੇ ਡੱਲਿਆ ਸਿੱਖੀ ਨਿਭਾਉਣੀ ਬੜੀ ਔਖੀ ਹੈ, ਸਿਰ ਤੋਂ ਪਰੇ ਹੈ। ਪੁੰਨ ਚੜ ਕਰਨ ਦੇ ਢੇਰ ਨ ਆਏ। ਕਿਉਂ? ਸਿੱਖਿਆ ਉਪਦੇਸ਼ ਦਿੰਦੇ ਹੋਏ ਮਹਾਰਾਜ ਅਗਲੇ ਦਿਨ ਸਤ ਸੰਗਤ ਜੀ ਵਾਪਸ ਇੱਥੇ ਆ ਗਏ ਦਮਦਮੇ ਸਾਹਿਬ। ਇਮ ਕੇਤਕ ਦਿਨ ਵਜੇ ਬਿਤਾਏ। ਇਹ ਕਿਤਨੇ ਦਿਨ ਫੇਰ ਬਤੀਤ ਕੀਤੇ। ਖਾਨ ਪਾਨ ਕਰ ਥਰੇ ਗੁਸਾਈ। ਆਪ ਜੀ ਦੀਵਾਨ ਵਿੱਚ ਛਕ ਛਕਾ ਕੇ ਟਿਕ ਜਾਂਦੇ। ਪਿਛਲੇ ਪਹਿਰ ਵੀ ਦੀਵਾਨ ਸਜਦਾ, ਪਹਿਲੇ ਪਹਿਰ ਵੀ ਦੀਵਾਨ ਸਜਦਾ ਹੈ। ਆਪ ਜੀ ਸੰਗਤਾਂ ਬਹੁਤ ਸਾਰੀਆਂ ਦੂਰੋਂ ਦੂਰੋਂ ਆਉਂਦੀਆਂ, ਨਿਹਾਲ ਹੁੰਦੀਆਂ ਹਨ। ਨਿਸਾ ਬਦੀ ਅਦਕੈ ਅਦਕਾਈ। ਕੀ ਇੱਕ ਦਿਨ ਸਤ ਸੰਗਤ ਜੀ ਅਚਰਜ ਕੌਤੁਕ ਹੋਇਆ, ਰਾਤ ਵੱਧ ਗਈ, ਸੂਰਜ ਹੀ ਨਾ ਚੜੇ। ਲੋਕ ਪਸ਼ੂ ਬਹੁ ਭਏ ਦੁਖਾਰੇ। ਪਸ਼ੂ ਵੀ ਭੁੱਖੇ ਬਹੁਤ ਦੁਖੀ ਹੋਏ, ਲੋਕ ਵੀ ਘਬਰਾ ਗਏ ਕਿ ਸੂਰਜ ਹੀ ਨਹੀਂ ਚੜ ਰਿਹਾ। ਫਰੀਦਾ ਰਾਤੀ ਵੱਡੀਆਂ, ਤੁਖ ਤੁਖ ਉੱਠਣ ਪਾਸ, ਤ੍ਰਿਗਤਨਾ ਦਾ ਜੀਵ ਜਿਨਾ ਵਡਾਣੀ ਆਸ। ਰਾਤ ਬਹੁਤ ਵੱਡੀ ਹੋ ਗਈ। ਕਰੇ ਪ੍ਰਤੀਖਨ ਹਵੈ ਭੁਨ ਸਾਰੇ। ਸਾਰਿਆਂ ਦੀ ਨੀਂਦ ਤਾਂ ਖਤਮ ਹੋ ਗਈ, ਕਿੰਨਾ ਕੁ ਚਿਰ ਸੁੱਤੇ ਰਹਿਣਗੇ। ਰਾਤ ਖਤਮ ਨਾ ਹੋਵੇ, ਸੂਰਜ ਚੜ੍ਹਿਆ ਨਾ, ਸਾਰੇ ਉਡੀਕਦੇ ਹਨ। ਬੈਠੇ ਸਭਨ ਬਿਖੈ ਨਰ ਨਾਰੀ। ਸਾਰੇ ਆਪੋ ਆਪਣੇ ਘਰਾਂ 'ਚ ਬੈਠੇ ਹਨ। ਹੋਏ ਨਾ ਪਰਾਤ ਸਭਨ ਮਤ ਹਾਰੀ। ਸਾਰਿਆਂ ਦੀ ਅਕਲ ਗੁੰਮ ਹੋ ਗਈ, ਹੈਰਾਨ ਹੋ ਰਹੇ ਨੇ ਬਈ ਅੱਜ ਕਾਰਨ ਕੀ ਆ, ਸੂਰਜ ਨਹੀਂ ਚੜ ਰਿਹਾ। ਕੋ ਕਾਰਨ ਪਾ ਜਾਏ ਨ ਜਾਣਾ। ਜਾਣਿਆ ਨਹੀਂ ਜਾਂਦਾ ਕਾਰਨ ਕੀ ਹੈ। ਮਾਰ ਟੰਡ ਚੜਿਆ ਨਾ ਸਮਾਨਾ। ਅਸਮਾਨ ਵਿੱਚ ਸੂਰਜ ਨਹੀਂ ਚੜ ਰਿਹਾ। ਰੁਕੇ ਲੋਕ ਸਗਰੇ ਅਕਲਾਏ। ਸਾਰੇ ਲੋਕ ਘਬਰਾ ਗਏ, ਆਪੋ ਆਪਣੇ ਘਰਾਂ 'ਚ ਰੁਕੇ ਹੋਏ ਹਨ। ਸ਼੍ਰੀ ਪਰਮੇਸ਼ਰ ਨਾਮ ਤੇ ਆਏ। ਪਰਮੇਸ਼ਰ ਦਾ ਨਾਮ ਧਿਆਉਂਦੇ ਬਿਪਤਾ ਵਿੱਚ। ਅਦਕ ਰਾਤ ਜਬ ਬੀਤਨ ਕਰੀ। ਜਦੋਂ ਖਾਲਸਾ ਜੀ ਰਾਤ ਲੰਮੀ ਬੀਤ ਗਈ, ਰਾਤ ਸਭਨ ਕੋ ਚਿੰਤਾ ਪਰੀ। ਜਦੋਂ ਸਵੇਰ ਹੋਈ ਚਿੰਤਾ ਹੋ ਗਈ, ਰਾਤਾਂ ਵਧਣ ਲੱਗੀਆਂ, ਬੜਾ ਮੁਸ਼ਕਲ ਹੈ। ਡੱਲੇ ਸੰਗ ਮਿਲੇ ਸਭ ਜਾਏ। ਸਾਰੇ ਜੋ ਮੁਖੀ ਡੱਲਾ ਸੀ ਰਜਵਾੜਾ, ਇਹਨੂੰ ਸਾਰੇ ਨਗਰ ਨਿਵਾਸੀ ਮਿਲੇ। ਅਦਕ ਨਿਸਾ ਕਸ਼ ਲਖਿਓ ਨਾ ਜਾਏ। ਕਹਿੰਦੇ ਡੱਲੇ ਤੈਨੂੰ ਤੂੰ ਵੀ ਦੇਖ ਰਿਹਾ, ਆਪਣੇ ਘਰ ਬੈਠੇ ਨੇ, ਰਾਤ ਇੰਨੀ ਵੱਧ ਗਈ, ਜਾਣੀ ਨਹੀਂ ਜਾਂਦੀ। ਚਲੋ ਪ੍ਰਭੂ ਕੋ ਬੁਝੇ ਏ। ਚੱਲ ਆਪਾਂ 10ਵੇਂ ਪਾਤਸ਼ਾਹ ਨੂੰ ਪੁੱਛੀਏ। ਹੈ ਸਰਬੱਗ ਬਤਾਏ ਸੋ ਦੇਹ। ਆਪ ਸਰਬ ਕੇ ਗਿਆਤੇ ਅੰਤਰਜਾਮੀ ਹਨ, ਕਾਰਨ ਦੱਸਣਗੇ ਕਿ ਰਾਤ ਕਿਉਂ ਵਧੀ ਹੈ। ਡੱਲੇ ਜਤ ਮਾਨਵ ਸਮੁਦਾਏ। ਡੱਲੇ ਦੇ ਸਮੇਤ ਖਾਲਸਾ ਜੀ ਬਹੁਤ ਸਾਰੇ ਪ੍ਰੇਮੀ ਸਤਿਗੁਰਾਂ ਦੇ ਪਾਸ ਆਏ। ਪਦ ਅਰਬਿੰਦ ਨਿਵੈ ਸਭ ਆਏ। ਸਾਰਿਆਂ ਨੇ ਆ ਕੇ ਚਾਨਾ ਕਮਲਾ ਤੇ ਮੱਥਾ ਟੇਕਿਆ। ਬੈਠੇ ਬਿਸਮਤ ਬਾਤ ਬਖਾਨੀ। ਬੈਠ ਕੇ ਸਤਸੰਗ ਜੀ ਹੈਰਾਨ ਪਰੇਸ਼ਾਨ ਜੇ ਹੋ ਕੇ ਬਾਤ ਕਹੀ। ਨਿਸਕੀ ਗਤ ਕੁਛ ਜਾਏ ਨ ਜਾਣੀ। ਕਹਿੰਦੇ ਮਹਾਰਾਜ ਰਾਤ ਦੀ ਕੋਈ ਗਤੀ ਜਾਣੀ ਨਹੀਂ ਗਈ, ਇੰਨੀ ਰਾਤ ਵੱਧ ਗਈ। ਗੁਰੂ ਕਹਿਓ ਭਾਣਾ ਹਰ ਜੋਈ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦਾ ਭਾਣਾ ਹੈ,
ਉਹਦੀ ਇੱਛਾ ਹੈ। ਦੇਵਨ ਬਿਖੈ ਸਪਰਦਾ ਹੋਈ। ਤੁਹਾਨੂੰ ਕਾਰਨ ਦੱਸੀਏ ਕਿ ਦੇਵਤਿਆਂ ਵਿੱਚ ਲੜਾਈ ਹੋ ਪਈ। ਜਿੰਨੇ ਸਤ ਸੰਗੀ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਇਹ ਸਾਰੇ ਦੇਵਤੇ ਨੇ, ਸੂਰਜ ਚੰਦਰਮਾ ਆਦਿਕ, ਇਹ ਆਪਸ ਵਿੱਚ ਹੀ ਈਰਖਾ ਦੇ ਨਾਲ ਝਗੜ ਪਏ। ਸੂਰਜ ਸੁਰਪਤ ਹਟ ਹਟ ਬੈਠੇ। ਇਹ ਆਪਣੀਆਂ ਡਿਊਟੀਆਂ ਤੋਂ ਪਿੱਛੇ ਹਟ ਗਏ। ਸੂਰਜ ਕਹਿੰਦਾ ਮੈਂ ਵੀ ਨਹੀਂ ਚਾਨਣ ਕਰਨਾ। ਇਸੇ ਤਰ੍ਹਾਂ ਇੰਦਰ ਕਹਿੰਦਾ ਮੈਂ ਵੀ ਵਰਖਾ ਨਹੀਂ ਕਰਨੀ। ਅਪਰ ਬ੍ਰਿੰਦ ਸੁਰ ਹੋਏ ਇਕੱਠੇ। ਹੋਰ ਸਾਰੇ ਦੇਵਤੇ ਇਕੱਠੇ ਹੋ ਗਏ। ਵਰਜੀ ਵਰਖਾ ਹੋਏ ਜਗ ਨਾਹੀ। ਇਸ ਵੇਲੇ ਵਰਖਾ ਨਹੀਂ ਹੋ ਰਹੀ, ਉਹ ਵੀ ਰੋਕ ਦਿੱਤੀ। ਦਿਨ ਕਰ ਥਿਰਿਓ ਸੁਰਗ ਕੇ ਮਾਹੀ। ਇਹ ਵੀ ਸਵਰਗ ਜਾ ਵੜਿਆ। ਸੂਰਜ ਕਹਿੰਦਾ ਮੈਂ ਵੀ ਲੋਕਾਂ ਨੂੰ ਪ੍ਰਕਾਸ਼ ਨਹੀਂ ਕਰਦਾ। ਰਾਤ ਵਧਣ ਕੋਇ ਹੋ ਲਖ ਕਾਰਨ। ਇਹ ਰਾਤ ਦੇ ਵਧਣ ਦਾ ਇਹੀ ਕਾਰਨ ਸੀ। ਸੁਨ ਡੱਲੇ ਕੀਆ ਬਾਕੋ ਚਾਰਨ। ਸੁਣ ਕਰਕੇ ਮਹਾਰਾਜ ਦਾ ਬਚਨ ਡੱਲੇ ਨੇ ਪੁੱਛਿਆ, ਪ੍ਰਭ ਜੀ ਕੈਮ ਜੀ ਵਹਿ ਬਿਨ ਥਾ ਬਾਰੀ। ਮਹਾਰਾਜ ਜੀ ਸੂਰਜ ਤਾਂ ਚੜ੍ਹ ਗਿਆ, ਕਾਲ ਪੈ ਰਿਹਾ, ਮੀਂਹ ਨਹੀਂ ਪੈਂਦਾ, ਕਾਰਨ ਕੀ ਹੈ, ਕਿਵੇਂ ਜਿਉਂਦੇ ਰਹਾਂਗੇ? ਸੁਨ ਸਤਿਗੁਰ ਤਬ ਤੂਸ਼ਨ ਧਾਰੀ। ਸੁਣ ਕਰਕੇ ਮਹਾਰਾਜ ਚੁੱਪ ਹੋ ਗਏ। ਔੜ ਲੱਗੀ ਵਰਖਾ ਟੀ ਬੀਤੇ ਦਿਵਸ ਕਿਤੇਕ। ਬਹੁਤ ਔੜ ਲੱਗੀ ਖਾਲਸਾ ਜੀ, ਵਰਖਾ ਹੋਈ ਨਾ। ਕਿਤਨੇ ਜਦੋਂ ਦਿਨ ਬਤੀਤ ਹੋਏ। ਖੇਤੀ ਲਾਗੀ ਸੁੱਕ ਬੇ ਉਬਰਿਓ ਖੇਤ ਨਾ ਏਕ। ਖੇਤੀ ਭਾਈ ਜ਼ਿਮੀਂਦਾਰ ਦੀ ਜਾਨ ਹੁੰਦੀ ਹੈ। ਜੇ ਖੇਤੀ ਕਿਤੇ ਸੁੱਕਦੀ ਹੋਵੇ, ਜ਼ਿਮੀਂਦਾਰ ਦੇ ਸਤ ਸੰਜੀ ਮਨ ਦੀ ਅਵਸਥਾ ਦੇਖੋ, ਉਹਦੀ ਜਾਨ ਨਿਕਲਦੀ ਜਾਂਦੀ ਹੈ। ਬਹੁਤ ਸਾਰੇ ਖੇਤ ਸੁੱਕਣ ਲੱਗ ਗਏ। ਚੌਪੇ ਪ੍ਰਜਾ ਭਈ ਦੀਰਘ ਦੁਖ ਯਾਰੀ। ਪ੍ਰਜਾ ਸਾਰੀ ਬਹੁਤ ਦੁਖੀ ਹੋ ਰਹੀ। ਹੋਏ ਦੁਰ ਪਿਛ ਭਰਿਓ ਨਹਿ ਬਾਰੀ। ਡਰ ਗਏ ਕਿ ਕਾਲ ਪਵੇਗਾ, ਜਿਹੜਾ ਮੀਂਹ ਨਹੀਂ ਪਿਆ। ਹੋਏ ਹੈ ਕਹਾਂ ਹਵਾਲ ਹਮਾਰੋ। ਸਾਡਾ ਕੀ ਹਾਲ ਹੋਵੇਗਾ? ਬਿਨਾ ਅੰਨ ਕਿਉਂ ਜੀਵਨ ਵਿਚਾਰੋ। ਬਿਨਾਂ ਅੰਨ ਤੋਂ ਬਹੁਤੋਂ ਭੁੱਖ ਬੁਰੀ, ਮੌਤ ਨਾਲੋਂ ਭੁੱਖ ਉਦੋਂ ਵੀ ਬੁਰੀ ਹੈ। ਰਾਖ ਮਾਂ ਕਸ਼ਟ ਕੋ ਪਾਏ। ਬੜਾ ਭਾਰੀ ਕਸ਼ਟ ਦੁੱਖ ਪ੍ਰਾਪਤ ਕਰਕੇ ਮਿਲ ਮਿਲ ਬੈਠ ਬੈਠ ਪਛਤਾਏ। ਇੱਕ ਦੂਜੇ ਨਾਲ ਮਿਲਦੇ ਨੇ, ਪਛਤਾਉਂਦੇ ਨੇ ਵੀ ਕਰਾਂਗੇ ਕੀ ਭਵਿੱਖ ਵਿੱਚ, ਐਤਕੀ ਅੰਨ ਨਹੀਂ ਮਿਲਣਾ। ਕੇਤਕ ਗ੍ਰਾਮਨ ਕੇ ਸਮਦਾਈ। ਕਿਤਨੇ ਪਿੰਡਾਂ ਦੇ ਲੋਕ ਇਕੱਠੇ ਹੋਏ। ਚਿਤ ਚਿੰਤਾ ਬਸ ਪੇ ਇਕਠਾਈ। ਔਰ ਚਿੰਤਾ ਦੇ ਅਧੀਨ ਹਰ ਸਾਰਿਆਂ ਦੇ ਮਨ ਇਕੱਠੇ ਹੋਏ ਲੋਕ। ਅਬ ਸਮੀਪ ਸਤਿਗੁਰੂ ਸੁਹਾਏ। ਆਪਸ ਜੀ ਕਹਿੰਦੇ ਨੇ, ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦਾ ਸੂਪ ਨੇ, ਆਪਣੇ ਇਲਾਕੇ ਦੇਸ਼ ਵਿੱਚ ਆਏ ਹੋਏ ਸੋਭਨੀਕ, ਜਿਨ ਤੇ ਮਨੋ ਕਾਮਨਾ ਪਾਏ। ਜਿਨ੍ਹਾਂ ਤੋਂ ਸਾਰੀਆਂ ਸੰਗਤਾਂ ਮਨੋ ਕਾਮਨਾ ਪੂਰਨ ਕਰਦੀਆਂ। ਏਕ ਏਕ ਕੀ ਪੁਰਵਤ ਆਸਾ। ਕੱਲਾ ਕੱਲਾ ਜੋ ਆਉਂਦਾ ਪ੍ਰੇਮੀ, ਉਹਦੀ ਇੱਛਾ ਪੂਰੀ ਕਰਦੇ ਨੇ ਮਹਾਰਾਜ। ਮਿਲ ਕੇ ਦੇਸ਼ ਚਲੋ ਗੁਰ ਪਾਸਾ। ਆਪਾਂ ਸਾਰਾ ਦੇਸ਼ ਹੀ ਮਿਲ ਕੇ ਗੁਰੂ ਸਾਹਿਬ ਕੋਲੇ ਬੇਨਤੀ ਕਰੋ। ਜਾਚੋ ਵਰਖਾ ਗੁਰੂ ਕਰੇ ਹੈ। ਗੁਰੂ ਸਾਹਿਬ ਮੀਂਹ ਪਵਾ ਦੇਣਗੇ, ਚੱਲ ਕੇ ਮੰਗੋ। ਜੀਵ ਦਾਨ ਜਾ ਕੋ ਤਬ ਦੇ ਹੈ। ਜੀ ਦਾਨ ਦੇ ਭਗਤੀ ਲੈਣ, ਹਰ ਸਿਓ ਲੈਣ ਮਰਾਏ। ਸੱਚੇ ਪਾਤਸ਼ਾਹ ਜ਼ਿੰਦਗੀ ਦਾ ਦਾਨ ਦੇਣਗੇ। ਇਵੇਂ ਵਿਚਾਰ ਸੰਗਤ ਸਮੁਦਾਈ। ਇਉਂ ਵਿਚਾਰ ਕਰਕੇ ਸਾਰੀ ਇਲਾਕੇ ਦੀ ਸੰਗਤ ਨੇ ਸਿਆਣੇ ਸਿੱਖ ਕਰੇ ਅਗਵਾਈ। ਸਿਆਣੇ ਸਿਆਣੇ ਸਿੱਖ ਮੂਹਰੇ ਆਗੂ ਕਰ ਦਿੱਤੇ। ਹਾਂ ਦਮ ਦਮ ਕੀਨ ਸਡੇਰੇ। ਆਰ ਕੇ ਡੇਰੇ ਲਾਲੇ ਦਮਦਮੇ ਸਾਹਿਬ ਸਾਬੂ ਕੀ ਤਲਵੰਡੀ। ਚੌਂ ਦੇਸ਼ ਕੇ ਨਰ ਮਿਲੇ ਕਨੇਰੇ। ਚਾਰ ਸਵੇਰੇ ਲੋਕ ਇਕੱਠੇ ਹੋਏ। ਤਰੇ ਤਰਾਸ ਦੁਰਪਿਸ਼ ਕੁਤ ਭਾਰੇ। ਕਾਲ ਦਾ ਭੈ ਧਾਰ ਕਰਕੇ ਆਏ ਗੁਰੂ ਸਭ ਹਨ ਪਰਵਾਰੇ। ਸਤਿਗੁਰਾਂ ਦੇ ਪਾਸ ਆ ਕੇ ਇਰਦ ਗਿਰਦ ਬੈਠ ਗਏ। ਕਰ ਕਰ ਨਮੋ ਚਹੂੰ ਦਿਸ਼ ਥਰੇ। ਮੱਥਾ ਟੇਕ ਟੇਕ ਬੈਠੀ ਜਾਂਦੇ ਹਨ। ਕੇਚਕ ਬੈਠੇ ਕੇਚਕ ਖਰੇ। ਕਿਤਨੇ ਖੜੇ ਹਨ ਹੱਥ ਜੋੜੀ, ਕਿਤਨੇ ਬੈਠ ਗਏ। ਕਰੋ ਮੇਵਰੋ ਅਰਜ ਗੁਜਾਰੀ। ਅਰਦਾਸੀਏ ਨੇ ਉਸ ਵੇਲੇ ਅਰਦਾਸ ਕੀਤੀ। ਕਰੋ ਪ੍ਰਭੂ ਜਗ ਕੀ ਰਖਵਾਰੀ। ਮਹਾਰਾਜ ਜਿਤਨੇ ਆ ਪ੍ਰੇਮੀ ਆਏ ਨੇ, ਸਾਰੇ ਕਾਮਨਾ ਧਾਰ ਕੇ ਆਏ ਨੇ। ਮੀਂਹ ਨਹੀਂ ਪੈ ਰਿਹਾ ਹੈ, ਇਹ ਜਗ ਦੀ ਰੱਖਿਆ ਕਰੋ ਤੁਸੀਂ। ਨਹੀਂ ਗਗਨ ਮੈਂ ਮੇਘ ਦਿਖੰਤੇ। ਆਕਾਸ਼ ਵਿੱਚ ਬਿਲਕੁਲ ਬੱਦਲ ਦਿਖਾਈ ਨਹੀਂ ਦਿੰਦੇ। ਸਭ ਦੇਸ਼ਨ ਕੇ ਖੇਤ ਸੁਕੰਤੇ। ਸਾਰੇ ਇਲਾਕੇ 'ਚ ਖੇਤੀ ਦੇ ਖੇਤ ਸੁੱਕ ਰਹੇ ਹਨ। ਅਬ ਕੇ ਫਸਲ ਜੇ ਅੰਨ ਬਿਨਾਸ਼ਾ। ਜੇ ਐਤਕੀ ਮਹਾਰਾ ਫਸਲ ਨਾ ਹਰੀ ਭਰੀ ਰਹੀ, ਅਨਨਾਸ ਹੋ ਗਿਆ। ਨਹੀਂ ਨਰਨ ਕੀ ਜੀਵਨ ਆਸ਼ਾ। ਜਿੰਨੇ ਪਰਜਾ ਦੇ ਲੋਕ ਨੇ, ਉਹਨਾਂ ਦੇ ਜਿਉਣ ਦੀ ਆਸਾ ਚੱਕੀ ਜਾਣੀ ਹੈ, ਮਰ ਜਾਣਗੇ ਸਾਰੇ। ਆਪਣੀ ਸੰਗਤ ਜਾਨ ਬਚਾਵੋ। ਇਹ ਮਹਾਰਾਜ ਤੁਸੀਂ ਇਸ ਇਲਾਕੇ ਚਰਨ ਪਾਏ ਰਹੇ, ਤੁਹਾਡੀ ਸਾਰੀ ਸੰਗਤ ਹੈ, ਇਹਨੂੰ ਬਚਾ ਲਓ। ਕਰੋ ਬਾਕ ਵਰਖਾ ਵਰਖਾਵੋ। ਐਸਾ ਬਚਨ ਕਰੋ, ਵਰਖਾ ਕਰਵਾ ਦਿਓ। ਸੁਨ ਅਰਜੀ ਪ੍ਰਭ ਕ੍ਰੋਧ ਵਧਾਇਓ। ਜਦੋਂ ਸਤ ਸੰਗਤ ਜੀ ਸਾਰਿਆਂ ਨੇ ਦੁੱਖ ਭਰੀ ਬੇਨਤੀ ਕੀਤੀ, ਸਤਿਗੁਰੂ ਜੀ ਨੇ ਵੀਰ ਰਸ ਧਾਰਿਆ। ਉਸੇ ਵੇਲੇ ਡੱਲੇ ਦੇਸ਼ ਅਵਲੋਕ ਅਲਾਇਓ। ਡੱਲੇ ਵੱਲ ਨੂੰ ਦੇਖ ਕੇ ਲੱਗੇ ਕਹਿਣ, ਉਠ ਸੁਰਪਤ ਕੋ ਹਤੋ ਵਿਸਾਲਾ। ਲੈ ਵੀ ਡੱਲੇ ਸਿਆ ਉੱਠ ਖੜ, ਛੇਤੀ ਕਰ, ਮਾਰ ਛਿੱਤਰ ਕਹਿੰਦੇ ਇੰਦਰ ਦੇ। ਅਸੀਂ ਉਹਦੇ ਮੂਹਰੇ ਬੇਨਤੀ ਨਹੀਂ ਕਰਨੀ। ਉਹਨੂੰ ਪਤਾ ਨਹੀਂ ਹੈ ਕਿ ਵਾਹਿਗੁਰੂ ਦੇ ਹੁਕਮ ਅੰਦਰ ਹੈ। ਉਹ ਵੀ ਜਿਤਨੀ ਪਰਜਾ ਹੈ ਇਹ ਪਿਆਸੀ ਹੈ, ਉਹਨੂੰ ਕੋਈ ਚਿੰਤਾ ਨਹੀਂ।
96 ਕਰੋੜੀ ਮੇਘਮਾਲਾ ਪਾਣੀ ਹਾਰੀਆ। 96 ਕਰੋੜ ਗੁਰਬਾਣੀ ਦੀ ਗਵਾਹੀ ਹੈ। ਬੱਦਲਾਂ ਦੀਆਂ ਫੌਜਾਂ ਨੇ ਜਿਹੜੀਆਂ ਸਤ ਸੰਗਤ ਜੀ ਪਾਣੀ ਭਰ ਭਰ ਕੇ ਸਵੱਛ ਖਾਰੇ ਪਾਣੀ ਤੋਂ ਮਿੱਠਾ ਬਣਾ ਕੇ ਧਰਤੀ ਦੇ ਉੱਤੇ ਵਰਖਾ ਹੁੰਦੀ ਹੈ। 999 ਨਦੀ ਹਰ ਵੇਲੇ ਸਮੁੰਦਰ 'ਚ ਸਤ ਸੰਗਤ ਜੀ ਵਾਪਸ ਪੈਂਦੀ ਹੈ। ਮਹਾਰਾਜ ਕਹਿੰਦੇ ਡਲ ਸਿਆਂ ਉੱਠ ਖੜ ਬਈ, ਨਹੀਂ ਤਾਂ ਅੱਜ ਸਾਧੂ ਪਤਾ ਕੀ ਕਹਿੰਦੇ ਨੇ, ਮੀਂਹ ਨਾ ਪਵੇ ਜੱਟਾਂ ਨੂੰ, ਲਿਆਓ ਜੱਗ ਕਰਾਈਏ, ਲਿਆਓ ਅੰਨ ਇਕੱਠਾ ਕਰੀਏ। ਅਸੀਂ ਇੰਦਰ ਦੇ ਪੂਜਕ ਨਹੀਂ ਹਾਂ। ਉਹ ਇੰਦਰ ਦੀ ਪੂਜਾ ਕਰਦੇ ਨੇ ਸਾਧ ਸੰਗਤ ਜੀ। ਬਿਨ ਅਕਾਲ ਦੂਜੋ ਕਵਨ, ਖਾਲਸੇ ਨੂੰ ਮਹਾਰਾਜ ਨੇ ਅਕਾਲ ਪੁਰਖ ਦੀ ਸਾਧ ਸੰਗਤ ਦੀ ਉਪਾਸਨਾ ਵਿੱਚ ਲਾਇਆ ਹੈ। ਦੇਵਗਣ ਜਿਤਨੇ ਹਨ ਉਹ ਆਪੋ ਆਪਣੇ ਥਾਵਾਂ ਤੇ ਹਨ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਜੋ ਸੂਰਜਾਂ ਦਾ ਵੀ ਪ੍ਰਕਾਸ਼ ਰੂਪ ਹੈ, ਚੰਦਰਮਾ ਦੇ ਅੰਦਰ ਸੀਤਲਤਾਈ ਦੇਣ ਵਾਲਾ ਹੈ, ਅਸੀਂ ਉਸ ਦੇ ਉਪਾਸਕ ਹਾਂ। ਨਾਲ ਹੀ ਐਸੇ ਬਚਨ ਕਹਿ ਕੇ ਹੰਗਤਾ ਨਹੀਂ ਧਾਰਨੀ, ਉਹ ਵੀ ਪਰਉਪਕਾਰੀ ਨੇ, ਉਹਨਾਂ ਦੀ ਡਿਊਟੀ ਉਹ ਨਿਭਾ ਰਹੇ ਨੇ। ਸੂਰਜ ਵਰਗੀ ਡਿਊਟੀ ਕਿਹਨੇ ਨਿਭਾਉਣੀ ਹੈ? ਕਦੇ ਖੁੰਝਿਆ? ਸਾਰੀ ਦੁਨੀਆ ਨੂੰ ਪ੍ਰਕਾਸ਼ ਕਰਦਾ, ਕਿਤੇ ਉਹਨੇ ਮਿਹਨਤ ਲਈ ਹੈ? ਪਰਮੇਸ਼ਰ ਦਾ ਹੁਕਮ ਮੰਨ ਰਿਹਾ ਹੈ। ਇਸ ਕਰਕੇ ਦੇਵੀ ਦੇਵਤੇ ਆਪਣੇ ਥਾਂ ਨੇ, ਲੇਕਿਨ ਹੈ ਵਾਹਿਗੁਰੂ ਦੀ ਆਗਿਆ ਵਿੱਚ, ਭੈ ਵਿੱਚ। ਜਿਵੇਂ ਉਹ ਭੈ ਵਿੱਚ ਰਹਿ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਆ ਨਾ, ਜੇ ਕਿਤੇ ਉਹਨਾਂ ਦੀ ਰੀਸ ਆਪਾਂ ਭੈ 'ਚ ਰਹਿ ਕੇ ਸਿੱਖੀ ਨਿਭਾ ਲਈਏ, ਆਪਣਾ ਪਾਰ ਉਤਾਰਾ ਹੋ ਜਾਵੇ। ਸੋ ਆਪ ਜੀ ਉਸ ਵੇਲੇ ਕਹਿੰਦੇ ਡੱਲਿਆ ਇਉਂ ਕਰ ਵੀ ਛਿੱਤਰ ਮਾਰੇ ਦੇ ਪਠੇ ਮੇਘ ਜਿਸ ਤੇ ਤਤਕਾਲਾ, ਜਿਸ ਕਰਕੇ ਛੇਤੀ ਭੇਜ ਦੇਵੇ ਬੱਦਲਾਂ ਦੀ ਫੌਜ। ਗੁਰੂ ਬਚਨ ਪਰ ਧਰ ਵਿਸਵਾਸਾ, ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਧਾਰ ਕੇ ਡੱਲੇ ਨੇ। ਡੱਲਾ ਉਠਿਓ ਬਲੋਕ ਆਕਾਸ਼ਾ, ਡੱਲਾ ਉੱਠਿਆ ਦੀਵਾਨ ਵਿੱਚੋਂ, ਆਕਾਸ਼ ਵੱਲ ਨੂੰ ਦੇਖਿਆ। ਪਨੀ ਸਪਤ ਬਗਾਏ ਸੋ ਮਾਰੀ, ਧੌੜੀ ਦੀ ਜੁੱਤੀ ਸੀ ਸਤ ਸਮਝੀ ਲਾ ਕੇ ਤਾਹਾਂ ਨੂੰ ਮਾਰੀਆਂ ਇੰਦਰ ਨੂੰ। ਮੁਖਤੇ ਗਾਰੀ ਅਨਕ ਬਿਨਕਾਰੀ, ਨਾਲੇ ਸਤ ਸਮਝੀ ਫਿੱਕੇ ਬਚਨ ਵੀ ਕਹੇ। ਜੱਟ ਦਾ ਸੁਭਾਅ ਹੁੰਦਾ, ਕਹਿੰਦੇ ਖੁਆੜੇ ਨਾਲ ਮੂੰਹ ਪਾੜਿਆ ਹੋਇਆ, ਗਾਲੇ ਦੇ ਮੂੰਹ ਤੇ ਹੀ ਹੈ। ਨਾਲੇ ਇਹਨੇ ਗਾਲਾਂ ਕੱਢੀਆਂ ਇੰਦਰ ਨੂੰ, ਨਾਲੇ ਕਿਹਾ ਬਰਖਾ ਦੇ। ਮਾਨ ਹੁਕਮ ਕੋ ਬਰਖੋ ਤੂਰਨ, ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਕਿਉਂ ਨਹੀਂ ਵਰਖਾ ਕਰਦਾ ਤੂੰ? ਹੰਪੀ ਬਚ ਮਾਨਹਿ ਗੁਰ ਪੂਰਨ, ਲੱਲਾ ਕਹਿੰਦਾ ਉਹ ਇੰਦਰਾ, ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਮੰਨਦੇ ਆ, ਤੂੰ ਕੌਣ ਵਿਚਾਰਾਂ? 10ਵੇਂ ਪਾਤਸ਼ਾਹ ਦੇ ਬਚਨ ਨਾ ਮੰਨੇ। ਬੀਚ ਤਰਲੋਕੀ ਹੈ ਅਸ ਕੌਣ, ਇਹ ਤਿੰਨਾਂ ਲੋਕਾਂ 'ਚ ਕੌਣ ਆਇਆ ਹੈ ਜਿਹੜਾ ਗੁਰੂ ਸਾਹਿਬ ਦੀ ਆਗਿਆ ਨਾ ਮੰਨੇ? ਜਿਸ ਕੇ ਮਨ ਮੈਂ ਸ੍ਰੀ ਗੁਰ ਭਉ ਨਾ, ਜਿਹਦੇ ਮਨ ਵਿੱਚ ਗੁਰੂ ਸਾਹਿਬ ਦਾ ਭੈ ਨਹੀਂ ਹੈ, ਇਹੋ ਜਿਹਾ ਕੋਈ ਨਹੀਂ ਸੰਸਾਰ 'ਚ। ਆਪ ਕ੍ਰਿਸ਼ਨ ਰਣ ਕਰ ਜੈ ਪਾਈ। ਦੁਆਪਰ ਦੇ ਸਤ ਸੰਗਤ ਜੀ ਸਮੇਂ ਵਿੱਚ ਆਪਣੇ ਪਿੰਡਾਂ ਵਿੱਚ ਵੀ ਦੇਖ ਲਓ, ਜਦੋਂ ਮੀਂਹ ਨਾ ਪਵੇ ਆਪਾਂ ਜੱਗ ਕਰਾਉਂਦੇ ਕਰਦੇ ਹਨ ਲੋਕ। ਇਸੇ ਤਰ੍ਹਾਂ ਸਤ ਸੰਗਤ ਜੀ ਮਥੁਰਾ ਬਿੰਦਰਾਬਨ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਹੋਏ, ਪਲੇ ਨੇ। ਸਤ ਸੰਗਤ ਜੀ ਨੰਦ ਦੇ ਘਰ ਉਹ ਗਵਾਲਾ ਸੀ, ਬਹੁਤ ਸਾਰੇ ਗਵਾਲੇ ਗਊਆਂ ਰੱਖਦੇ, ਦੁੱਧ ਦਾ ਵਿਹਾਰ ਕਰਦੇ। ਇਹ ਇਕੱਠੇ ਹੋ ਕੇ ਸਤ ਸੰਗਤ ਜੀ ਜਿੰਨੀਆਂ ਗਵਾਲਣਾ ਗਵਾਲੇ ਗਵਰਮੰਦ ਪਰਬਤ ਆ ਜਾਂ ਗਵਰਧਨ, ਉੱਥੇ ਜਾ ਕੇ ਇੰਦਰ ਦੀ ਪੂਜਾ ਕਰਿਆ ਕਰਦੇ। ਜਿਵੇਂ ਆਪਣੇ ਘਰਾਂ ਵਿੱਚ ਹੁਣ ਵੀ ਰਿਵਾਜ ਹੈ, ਕੋਈ ਮਾਤਾ ਰਾਣੀ ਦਾ ਦਿਨ ਆਉਂਦਾ, ਗੁਰਗੁਰੇ ਗਰਗਰੇ ਪਕਾਉਂਦੀਆਂ ਮਾਈਆਂ। ਕਈ ਤਿਉਹਾਰ ਇਹ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ, ਉਸੇ ਤਰ੍ਹਾਂ ਮਨਾਈ ਜਾਂਦੇ ਆ, ਪਤਾ ਹੈ ਨਹੀਂ ਵੀ ਕੀ ਹੈ ਕੀ ਨਹੀਂ। ਇਸੇ ਤਰ੍ਹਾਂ ਰਵਾਇਤ ਅਨੁਸਾਰ ਗ੍ਰਸਤੀ ਲੋਕ ਮਨਾਉਂਦੇ ਰਹਿੰਦੇ ਨੇ। ਬੱਚੇ ਸਤ ਸੰਗਤ ਜੀ ਚਲੋ ਮਠਿਆਈ ਖਾ ਲੈਂਦੇ, ਕੀ ਫਰਕ ਪੈਣ ਲੱਗਾ। ਸੋ ਸਤ ਸੰਗਤ ਜੀ ਇਹ ਜਿੰਨੇ ਗਵਾਲੇ ਗਵਾਲੀਆਂ ਸੀ, ਸਾਰੇ ਘਰਾਂ ਘਰਾਂ 'ਚ ਆਪਣੀਆਂ ਪਕਵਾਨ ਪਕਾ ਕੇ ਥਾਲੀਆਂ ਭਰ ਭਰ ਕੇ ਸਤ ਸੰਗਤ ਜੀ ਉਹ ਗੋਵਰਧਨ ਪਰਬਤ ਤੇ ਇਕੱਠੇ ਹੋ ਕੇ ਇੰਦਰ ਦੀ ਪੂਜਾ ਕਰਿਆ ਕਰਦੇ। ਜਿਸ ਵੇਲੇ ਜਸੋਦਾ ਨੇ ਪਕਵਾਨ ਪਕਾਏ, ਕ੍ਰਿਸ਼ਨ ਆ ਗਿਆ, ਮਾਂ ਕੀ ਬਣਾਉਣੀ ਹੈ? ਕਹਿੰਦੀ ਪੁੱਤਰ ਤੈਨੂੰ ਪਤਾ ਨਹੀਂ, ਆਪਾਂ ਇੰਦਰ ਦੀ ਪੂਜਾ ਕਰਨੀ ਜਾਣਾ ਹੈ। ਸਾਰੇ ਗਵਾਲਿਆਂ ਦਾ ਸਤ ਸੰਗਤ ਜੀ ਮੁਖੀ ਇਹ ਨੰਦ ਸੀ, ਜਿਹੜਾ ਕ੍ਰਿਸ਼ਨ ਦਾ ਪਿਤਾ ਸੀ। ਇਹ ਮੂੰਹ ਮੂਹਰੇ ਬਣ ਕੇ ਚੌਧਰੀ ਆਉਂਦਾ ਸੀ। ਉਸ ਵੇਲੇ ਕਹਿਣ ਲੱਗਾ, ਹੇ ਮਾਂ, ਮੀਂਹ ਤਾਂ ਪਰਮੇਸ਼ਰ ਦਿੰਦਾ ਹੈ, ਇੰਦਰ ਥੋੜ੍ਹੋ ਦਿੰਦਾ ਹੈ। ਕੀ ਦਿੰਦਾ ਇੰਦਰ? ਜਸੋਦਾ ਕਹਿੰਦੀ ਇੰਦਰ ਆਪਾਂ ਨੂੰ ਬਰਖਾ ਦੇਵੇਗਾ। ਜਦੋਂ ਬਰਖਾ ਹੋਵੇਗੀ ਘਾਹ ਹੋਵੇਗਾ, ਘਾਹ ਗਊਆਂ ਛਕਣਗੀਆਂ, ਹਰਾ ਹਰਾ ਘਾਹ ਖਾ ਕੇ ਗਊਆਂ ਦੁੱਧ ਦੇਣਗੀਆਂ, ਫਿਰ ਆਪਾਂ ਘਰਾਂ 'ਚ ਪਦਾਰਥ ਬਣਾ ਕੇ ਛਕਾਂਗੇ। ਇਸ ਕਰਕੇ ਇਹ ਆਪਾਂ ਰਸਮ ਕਰਨੀ ਹੈ। ਕਹਿਣ ਲੱਗਾ ਨਹੀਂ, ਉਹ ਪਰਮੇਸ਼ਰ ਇੰਦਰ ਜਿਹਦੇ ਆਗਿਆ 'ਚ ਹੈ ਉਹ ਦਿੰਦਾ ਹੈ, ਉਹਦੇ ਹੁਕਮ ਅਨੁਸਾਰ ਇੰਦਰ ਪਾਣੀ ਦਿੰਦਾ। ਆਓ ਮੇਰੇ ਕਹੇ ਲੱਗੋ। ਫਿਰ ਵੀ ਸਤ ਸੰਗਤ ਦੁਆਪਰ ਦਾ ਅਵਤਾਰ ਸੀ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰ ਤਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਆਪ ਚੱਲ ਟਲ ਆਦਿ ਪੁਰਖ ਪਰਮਾਇਓ। ਇਹ ਕੋਈ ਸਤ ਸੰਗਤ ਜੀ ਲੁਕੀ ਛਿਪੀ ਬਾਤ ਨਹੀਂ ਹੈ। 16 ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕਰ ਚੜਿਆ।
16 ਕਲਾ ਸੰਪੂਰਨ ਕ੍ਰਿਸ਼ਨ ਸੀ, ਅਨੰਤ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਉਹ ਵੱਖਰੀ ਬਾਤ ਹੈ। ਸੋ ਸਾਧ ਸੰਗਤ ਜੀ, ਸਾਰੇ ਗਵਾਲੇ ਗਵਾਲੀਆਂ ਦਾ ਐਸਾ ਮਨ ਫੇਰਿਆ, ਕਹਿੰਦਾ ਆਓ ਮੈਂ ਤੁਹਾਨੂੰ ਦੱਸਦਾ ਕਿੱਥੇ ਪੂਜਾ ਕਰਨੀ ਆ। ਪਹਾੜ ਦੇ ਉੱਤੇ ਖੱਡ ਸੀ ਬੜੀ ਚੌੜੀ, ਆਪ ਦੂਸਰਾ ਰੂਪ ਧਾਰ ਕੇ, ਵਿਰਾਟ ਰੂਪ ਧਾਰ ਕੇ ਵਿੱਚ ਖੱਡ ਦੇ ਜਾ ਵੜਿਆ ਲੁੱਕ ਕੇ। ਚੰਚਲਤਾ ਸਾਰੀ ਦੁਨੀਆ ਕਹਿੰਦੇ ਕ੍ਰਿਸ਼ਨ ਬਹੁਤ ਚੰਚਲ ਸੀ, ਸਾਵਧਾਨ ਸੀ। ਜਿੰਨੇ ਪਦਾਰਥ ਸੀ ਕਹਿੰਦਾ ਖੱਡ 'ਚ ਪਾਈ ਜਾਓ, ਥਾਲੀਆਂ ਜਿੰਨੀਆਂ ਮਾਈਆਂ ਲਿਆਉਂਦੀਆਂ ਸੀ ਸਾਰੀਆਂ ਨੂੰ ਭੱਖਣ ਕਰ ਗਿਆ। ਵਿਰਾਟ ਰੂਪ ਧਾਰ ਕੇ ਇੰਦਰ ਦੀ ਪੂਜਾ ਨਹੀਂ ਹੋਣ ਦਿੱਤੀ। ਜਦੋਂ ਨਾ ਹੋਈ ਸਾਧ ਸੰਗਤ ਜੀ, ਇੰਦਰ ਨੂੰ ਆਇਆ ਗੁੱਸਾ, ਜਿਹਦੀ ਪੂਜਾ ਪ੍ਰਤਿਸ਼ਠਾ ਘਟ ਜੇ ਉਹ ਗੁੱਸਾ ਤਾਂ ਕਰਦਾ ਹੀ ਹੈ। ਇਹਨੇ ਸਾਧ ਸੰਗਤ ਜੀ ਫਿਰ ਵਰਖਾ ਕੀਤੀ ਕੁਛ ਇੰਦਰ ਨੇ, 27-28 ਦਿਨ ਲਗਾਤਾਰ ਜਿਵੇਂ ਤੀਰ ਡਗਦੇ ਆ ਨਾ ਤਿੱਖੇ, ਐ ਤਿੱਖੀਆਂ ਕਣੀਆਂ ਨਾਲ ਸਾਧ ਸੰਗਤ ਜੀ ਬੰਦਲਾ ਕੇ ਰੱਖ ਦਿੱਤੇ ਬੰਦਰਾਬਨ ਤੇ ਮਥੁਰਾ। ਜਮਨਾ ਦੇ ਵਿੱਚ ਬਹੁਤ ਸਾਰੀ ਤਬਾਹੀ ਮਚਾ ਦਿੱਤੀ। ਗਊਆਂ ਵਿਚਾਰੀਆਂ ਸਾਧ ਸੰਗਤ ਜੀ ਘਾਹ ਨਾ ਕਿਤੇ, ਪਾਣੀ ਪਾਣੀ, ਭੁੱਖੀਆਂ ਮਰਨ ਲੱਗੀਆਂ, ਬਿਮਾਰੀ ਪੈ ਗਈ। ਜੇ ਇਹੀ ਜਿਹੀ ਹਾਲਤ ਹੋਈ, ਉਸ ਵੇਲੇ ਕ੍ਰਿਸ਼ਨ ਨੂੰ ਪਤਾ ਲੱਗਿਆ ਕਿ ਤਾਂ ਇੰਦਰ ਦੀ ਕਰਤੂਤ ਹੈ। ਉਸ ਵੇਲੇ ਸਾਧ ਸੰਗਤ ਜੀ ਉਹ ਹਨੂਮਾਨ ਦੇ ਨਾਲ ਜਿਹੜਾ ਵਾਅਦਾ ਕੀਤਾ ਹੋਇਆ ਸੀ ਰਾਮਚੰਦਰ ਨੇ, ਕਿ ਉਹ ਜਿਹੜਾ ਪਰਬਤ ਤੂੰ ਚੱਕਿਆ ਸੀ, ਜਿਸ ਵੇਲੇ ਸੰਜੀਵਨੀ ਸਾਧ ਸੰਜੀਵ ਬੂਟੀ ਲਿਆਉਣੀ ਸੀ, ਇਸ ਪੱਥਰ ਨੂੰ ਚੱਕੀ ਆਉਂਦਾ ਸੀ ਪਹਾੜ ਨੂੰ। ਹਨੂਮਾਨ ਲੰਕਾ ਕੋਲੇ ਲਿਜਾਣਾ ਸੀ, ਉਹ ਪਹਾੜ ਪਰਬਤ ਕਹਿਣ ਲੱਗਾ ਮੈਨੂੰ ਚੱਕੀ ਤਾਂ ਜੇ ਭਗਵਾਨ ਦੇ ਚਰਨਾਂ 'ਚ ਲਿਜਾਣਾ ਮੇਰਾ ਵੀ ਭਲਾ ਹੋ ਜਾਏ, ਮੈਂ ਪੱਥਰ ਜੂਨੀ 'ਚ ਪਿਆ ਹੋਇਆ। ਵਾਅਦਾ ਕੀਤਾ, ਉਧਰ ਹੁਕਮ ਹੋ ਗਿਆ ਕਿ ਪੱਥਰਾਂ ਦੀ ਹੁਣ ਲੋੜ ਨਹੀਂ, ਪੁਲ ਬੰਨ ਚੁੱਕਿਆ ਹੈ, ਜਿੱਥੇ ਜਿੱਥੇ ਆਉਨੇ ਉੱਥੇ ਉੱਥੇ ਰੱਖ ਦਿਓ। ਹੁਣ ਰਾਮਚੰਦਰ ਦਾ ਹੁਕਮ ਮੰਨੇ ਕਿ ਵਾਅਦਾ ਪੂਰਾ ਕਰੇ ਹਨੂਮਾਨ। ਇੱਥੇ ਬੈਠ ਗਿਆ ਜਮਨਾ ਦੇ ਕਿਨਾਰੇ ਪਰਬਤ ਨੂੰ ਲੈ ਕੇ। ਰਾਮਚੰਦਰ ਪੁੱਛਦਾ ਹਨੂਮਾਨ ਨਹੀਂ ਆਇਆ, ਕਹਿੰਦੇ ਆਹ ਕਾਰਨ ਹੈ, ਉੱਤੇ ਬੈਠਾ। ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਪਹਾੜ ਨਾਲ ਵਾਅਦਾ ਕੀਤਾ ਵੀ ਤੈਨੂੰ ਰਾਮਚੰਦਰ ਕੋਲ ਲੈ ਕੇ ਚੱਲੂ, ਤੁਸੀਂ ਰੋਕ ਦਿੱਤਾ ਵੀ ਲਿਆਓ ਨਾ, ਖਾਲੀ ਆ ਨਹੀਂ ਸਕਦਾ। ਵਾਅਦਾ ਕੀਤਾ ਜਾਓ ਸੁਨੇਹਾ ਦੇ ਦਿਓ, ਦੁਆਪਰ ਵਿੱਚ ਅਵਤਾਰ ਧਾਰ ਕੇ ਮੈਂ ਉਹਦੇ ਤੇ ਗਊਆਂ ਚਾਰਾਂਗਾ, ਇੱਕ ਮੇਰੀ ਚਰਨ ਨਹੀਂ ਫੇਰਾਂਗਾ, ਸਾਰੀ ਜ਼ਿੰਦਗੀ ਉਹਦੇ ਤੇ ਹੀ ਚਰਨ ਟਿਕਾਉਣੇ ਆ ਮੈਂ। ਉਹ ਬਚਨ ਪੂਰਾ ਕਰਨ ਵਾਸਤੇ ਖਰਚਾ ਹੀ ਦੁਆਪਰ ਦੇ ਅੰਦਰ ਇਹ ਗੋਵਰਧਨ ਪਰਬਤ ਨੂੰ ਫਿਰ ਚੀਚੀ ਦੇ ਚੱਕ ਕੇ ਕਹਿੰਦੇ ਲੈ ਵੀ ਪਾਲਾ ਇੰਦਰਾ ਮੀਂਹ ਜਿੰਨਾ ਪੈਂਦਾ। ਜਿੰਨੇ ਗਵਾਲੇ ਗਵਾਲੀਆਂ, ਜਿੰਨੇ ਗਾਈਆਂ ਵਗੈਰਾ ਸੀ, ਸਾਰੀਆਂ ਪਹਾੜ ਦੇ ਥੱਲੇ ਕਰ ਲਈਆਂ। ਬੜਾ ਭਾਰੀ ਇਹ ਮੀਂਹ ਪਾ ਕੇ ਥੱਕ ਗਿਆ। ਜਦ ਸਤ ਨਹੀਂ ਨਾ ਜ਼ੋਰ ਚੱਲਿਆ, ਫਿਰ ਇਹ ਕ੍ਰਿਸ਼ਨ ਦੇ ਚਰਨੀ ਅੰਦਰ ਪੈ ਗਿਆ ਸੀ। ਸੋ ਆਪ ਜੀ ਤਾਂ ਕਹਿ ਰਹੇ ਨੇ ਕਿ ਦੁਆਪਰ ਦੇ ਵਿੱਚ ਤਾਂ ਕੀਤਾ ਸੀ ਨਾ ਕ੍ਰਿਸ਼ਨ ਦੇ ਨਾਲ ਇਹਨੇ ਜੰਗ, ਇੰਦਰ ਨੇ ਫਿਰ ਹਾਰ ਮੰਨੀ ਸੀ, ਲੇਕਿਨ ਕਲਗੀਧਰ ਪਾਤਸ਼ਾਹ ਦੇ ਨਾਲ ਜੰਗ ਕਰਨ ਦੀ ਹਿੰਮਤ ਨਹੀਂ ਇੰਦਰ ਚ ਆਈ। ਗੁਰੂ ਕੇ ਸਿੰਘ ਨੇ ਸਤ ਸੰਗਤ ਜੀ 5 ਛਿੱਤਰ ਮਾਰ ਦਿੱਤੇ, ਜਦੇ ਹੀ ਹੱਥ ਜੋੜ ਕੇ ਵਰਖਾ ਸ਼ੁਰੂ ਕਰ ਲਈ। ਗੁਰ ਦਾਸਨ ਤੇ ਮਾਰ ਕਰਾਈ, ਗੁਰੂ ਸਾਹਿਬਾਂ ਨੇ ਆਪਣੇ ਸੇਵਕਾਂ ਤੋਂ ਹੀ ਮਾਰ ਕਰਾ ਦਿੱਤੀ ਇੰਦਰ ਦੇ ਉੱਤੇ। ਦੇਰ ਨਾ ਧਰੋ ਕਰੋ ਅਬ ਵਰਖਾ, ਦੇਰ ਨਾ ਲਾ ਬਈ ਇੰਦਰਾ ਵਰਖਾ ਕਰ ਛੇਤੀ। ਤੇਜ ਪ੍ਰਭੂ ਕੇ ਸੁਰਪਤ ਧਰਖਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇਜ ਪ੍ਰਤਾਪ ਨਾਲ ਸਵਰਗ ਦਾ ਰਾਜਾ ਇੰਦਰ ਵੀ ਕੰਬ ਉੱਠਿਆ। ਕਿਤਨੇ ਕਹੇ ਗਗਨ ਘਨ ਛਾਏ, ਕਹਿਣ ਦੀ ਦੇਰ ਸੀ ਸਤ ਸੰਗਤ ਜੀ ਡੱਲੇ ਦੇ, ਜਦ ਹੀ ਆਕਾਸ਼ ਵਿੱਚ ਬੱਦਲ ਛਾ ਗਏ, ਜਲ ਗੇਰਨ ਲਾਗੇ ਸਮੁਦਾਏ, ਲੱਗੀਆਂ ਕਣੀਆਂ ਪੈਣ। ਸ਼੍ਰੀ ਮੁਖ ਤੇ ਬਹੁ ਹਸੇ ਕਿਰਪਾਲਾ, ਕਲਗੀਧਰ ਪਾਤਸ਼ਾਹ ਬੜੇ ਹੱਸੇ ਉਸ ਵੇਲੇ। ਕਹਿਓ ਸ਼ਲੋਕ ਸਕਲ ਤਿਸ ਕਾਲਾ, ਉਸ ਸਮੇਂ ਖਾਲਸਾ ਜੀ ਆਸਾ ਜੀ ਦੀ ਵਾਰ ਵਿੱਚ ਜੋ ਸ਼ਲੋਕ ਹੈ ਇਹ ਉਚਾਰਨ ਕੀਤਾ। ਲੋਕ ਹਜ਼ਾਰਾਂ ਪਿਖੈ ਤਮਾਸ਼ਾ, ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਆਏ ਸੀ ਔੜ ਲੱਗੀ ਕਰਕੇ ਡਰਦੇ ਸੀ ਕਾਲ ਤੋਂ, ਸਾਰੇ ਅਚਰਜ ਕੌਤਕ ਦੇਖ ਰਹੇ ਨੇ। ਸੁਨਿਓ ਸ਼੍ਰੋਨ ਇਮ ਸ਼ਬਦ ਪ੍ਰਕਾਸ਼ਾ, ਉਸ ਵੇਲੇ ਸਾਰੀਆਂ ਸੰਗਤਾਂ ਨੇ ਕੰਨੀ ਸੁਣਿਆ ਔਰ ਕਲਗੀਧਰ ਪਾਤਸ਼ਾਹ ਨੇ ਸ਼ਬਦ ਉਚਾਰਿਆ। ਭੈ ਵਿੱਚ ਪਵਨ ਵਹਿ ਸਦਵਾਓ, ਇਹ ਗੁਰੂ ਕੇ ਸਿੱਖੋ ਸਿੱਖ ਸੰਗਤ ਜੀ, ਜਿਹੜੀ ਸਦਾ ਵਾਓ ਵਗਣ ਵਾਲੀ ਹੈ, ਜਿਹੜੀ ਪਵਨ ਹੈ, ਇਹ ਵੀ ਭੈ ਵਿੱਚ ਹੈ ਵਾਹਿਗੁਰੂ ਦੇ। ਜੇ ਭੈ ਵਿੱਚ ਤੱਕਣੀ ਹੋਵੇ, ਭੈ ਵਿੱਚ ਕਿਉਂ ਨੇ, ਤਾਂ ਸਰਬਦੋ ਦੇ ਅੰਦਰ ਸਾਧ ਸੰਗਤ ਜੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਗਾਵੇ ਤੈਨੂੰ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ, ਪੜ੍ਹਦੇ ਕਿ ਨਹੀਂ ਕਿ ਹੇ ਵਾਹਿਗੁਰੂ ਤੈਨੂੰ ਇਹ ਦੇਵਤੇ ਗਾਉਂਦੇ ਹਨ, ਲੇਕਿਨ ਉੱਥੇ ਪ੍ਰਤੱਖ ਗਾ ਰਹੇ ਨੇ। ਪਵਨ ਕਹਿੰਦੀ ਹੈ ਹੇ ਪਰਮੇਸ਼ਰ, ਜੇ ਤੂੰ ਸ਼ਕਤੀ ਨਾ ਦੇਵੇਂ ਮੈਂ ਜੀਵਾਂ ਦੇ ਸਵਾਸ ਨਹੀਂ ਬਣ ਸਕਦੀ। ਜਿੰਨੇ ਆਪਾਂ ਸਵਾਸ ਲੈ ਰਹੇ ਹੈ ਪੌਣ ਹੈ ਨਾ। ਪੌਣ ਕਹਿੰਦੀ ਮਹਾਰਾਜ
ਮੈਂ ਤੇਰੀ ਕਿਰਪਾ ਤੇਰੀ ਸ਼ਕਤੀ ਪਾ ਕਰਕੇ ਵਾਹਿਗੁਰੂ ਮੈਂ ਸਾਰਿਆਂ ਦੇ ਅੰਦਰ ਸਵਾਸ ਰੂਪ ਹੋ ਰਹੀ ਹਾਂ। ਸਾਰੀਆਂ ਅਪਾਨ ਬਿਆਨ ਉਦਿਆਨ ਸਮਾਨ ਕੂਰਮ ਕਿਰਕਲ ਦੇਵਦੱਤ ਨਾਗ ਧਨਿਜੈ ਇਹ ਪੌਣਾ ਨੇ 49 ਕਰੋੜ ਵਜ੍ਹਾ ਦੀ ਪੌਣ ਹੈ ਸਰੀਰ ਵਿੱਚ। ਕੋਈ ਪੌਣ ਡਕਾਰ ਲਿਆਉਂਦੀ ਹੈ, ਕੋਈ ਪੌਣ ਅਵਾਸੀ ਲਿਆਉਂਦੀ ਹੈ, ਕੋਈ ਪੌਣ ਅੱਖਾਂ ਦੀਆਂ ਪਲਕਾਂ ਹਟਾਉਂਦੀ ਹੈ, ਕੋਈ ਨਾੜੀਆਂ ਵਿੱਚ ਰਸ ਮੇਲਨ ਕਰਦੀ ਹੈ। ਉਹ ਹੈ ਹਵਾਈ, ਜਿੱਥੇ ਜਿੱਥੇ ਉਹ ਕੰਮ ਕਰਦੀ ਹੈ ਵੱਖਰਾ ਵੱਖਰਾ ਦਾ ਨਾਂ ਪਿਆ ਹੋਇਆ ਹੈ। ਹੇ ਪਰਮੇਸ਼ਰ ਇੰਨੇ ਰੂਪ ਧਾਰ ਕੇ ਜੋ ਮੈਂ ਸ੍ਰਿਸ਼ਟੀ 'ਚ ਕੰਮ ਕਰ ਰਹੀ ਹਾਂ, ਪੌਣ ਕਹਿੰਦੀ ਕਿਤੇ ਤੂਫਾਨ ਵੀ ਆ ਰਹੇ ਨੇ, ਵੱਡੇ ਵੱਡੇ ਸਤ ਸੰਗਤ ਜੀ ਭੁਚਾਲ ਆ ਜਾਂਦੇ ਨੇ। ਇਹ ਵਾਹਿਗੁਰੂ ਤੇਰੀ ਸ਼ਕਤੀ ਆ, ਮੈਂ ਕੌਣ ਹਾਂ। ਇਸ ਕਰਕੇ ਭੈ ਵਿੱਚ ਪਵਨ ਵਹਿ ਸਦਵਾਓ, ਸਦਾ ਚੱਲਣ ਵਾਲੀ ਜਿਹੜੀ ਹਵਾ ਹੈ ਇਹ ਵਾਹਿਗੁਰੂ ਤੇਰੇ ਭੈ ਵਿੱਚ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਜਿੰਨੇ ਸਤ ਸੰਗੀ ਦਰਿਆ ਚੱਲ ਰਹੇ ਹਨ ਇਹ ਵੀ ਹੁਕਮ ਅਨੁਸਾਰ ਚੱਲ ਰਹੇ ਨੇ। ਸੋ ਸਤ ਸੰਗਤ ਜੀ ਇਹ ਜਿਤਨੇ ਦਰਿਆ ਨੇ, ਜਿਸ ਵੇਲੇ ਕਲਗੀਧਰ ਪਾਤਸ਼ਾਹ ਰਾਏਕੋਟ ਗਏ ਨੇ, ਇਹ ਰਾਏਕੋਟ ਵਾਲਾ ਰਜਵਾੜਾ ਸੀ ਜਿਹੜਾ ਰਾਜਪੂਤ ਸੀ, ਰਾਏ ਕੱਲਾ, ਲੇਕਿਨ ਮੁਸਲਮਾਨਾਂ ਦੇ ਟਾਈਮ ਇਹਨਾਂ ਦੇ ਦਾਦੇ ਸਤ ਸੰਗੀ ਮੁਸਲਮਾਨ ਬਣ ਗਏ ਸੀ। ਸਖਤਾਈ ਹੋਣੇ ਕਰਕੇ ਇਸਲਾਮ ਮਤ ਵਾਲਿਆਂ ਦੀ ਉਸ ਇਲਾਕੇ ਦੇ ਸਤ ਸੰਗੀ ਲੋਕਾਂ ਨੇ 10ਵੇਂ ਪਾਤਸ਼ਾਹ ਨੂੰ ਕਿਹਾ ਸੀ, ਮਹਾਰਾਜ ਇਹ ਧਰਮਾਤਮਾ ਹੈ ਰਾਏ ਕੱਲਾ। ਤਿਹਾੜਾ ਪਿੰਡ ਵੱਸਦਾ ਸੀ ਜਗਰਾਵਾਂ ਦੇ ਨੇੜੇ, ਉੱਥੇ ਬੁੱਚੜ ਸਨ, ਉਹ ਗਊਆਂ ਸਤ ਸੰਗੀ ਵੱਢਦੇ ਸੀ। ਇਹਨੇ ਜਾ ਕੇ ਹਮਲਾ ਕੀਤਾ। ਜਿਸ ਵੇਲੇ ਹਮਲਾ ਕੀਤਾ ਉਹਨਾਂ ਨੇ ਮੁਕਾਬਲਾ ਕੀਤਾ, ਮੁਕਾਬਲੇ 'ਚ ਹਾਰ ਖਾ ਗਏ। ਉਹਨਾਂ ਨੂੰ ਕਹਿੰਦਾ ਬਈ ਤਾਂ ਮੈਂ ਤੁਹਾਨੂੰ ਛੱਡੂੰ, ਪਹਿਲਾਂ ਕੋਈ ਜਾਮਨ ਲਿਆਓ। ਤਿਹਾੜੇ ਦੇ ਬੁੱਚੜ ਕਹਿੰਦੇ ਜਾਮਨ ਤਾਂ ਹੋਰ ਕੋਈ ਨਹੀਂ, ਆ ਦਰਿਆ ਨਾਲ ਜਾਮਨੀ ਲੈ ਲੈਂਦੇ ਆ। ਚਲੋ ਚੱਲ ਕੇ ਕਿਨਾਰੇ ਦੇ ਖੜ ਗਏ ਸਤਲੁਜ ਦੇ ਕਿ ਹੇ ਦਰਿਆ, ਜੇ ਅਸੀਂ ਗਾਹਾਂ ਵਾਸਤੇ ਗਊ ਵੱਧ ਕਰੀਏ ਤਾਂ ਤੂੰ ਸਾਡੇ ਸਾਰੇ ਨਗਰ ਨੂੰ ਰੋੜ ਦੇ। ਜਦੋਂ ਸਤ ਸੰਗਤ ਜੀ 10-12 ਸਾਲ ਫੇਰ ਲੰਘ ਗਏ, ਫੇਰ ਉਹਨਾਂ ਨੇ ਉਹੀ ਕਰਤੂਤ ਕੀਤੀ। ਰਾਏ ਕੱਲੇ ਨੇ ਫਿਰ ਉਹਨਾਂ ਨੂੰ ਕੁਝ ਨਹੀਂ ਕਿਹਾ। ਦਰਿਆ ਦੇ ਕਿਨਾਰੇ ਤੇ ਜਾ ਕੇ ਕਹਿੰਦਾ ਹੇ ਸਤਲੁਜ ਤੂੰ ਜਾਮਨ ਹੈ, ਇਹ ਪਾਪੀ ਲੋਕਾਂ ਨੇ ਤੇਰੀ ਜਾਮਨੀ ਦਿੱਤੀ ਸੀ, ਮੈਂ ਉਦੋਂ ਇਹਨਾਂ ਨੂੰ ਛੱਡ ਗਿਆ ਸੀ, ਹੁਣ ਮੈਂ ਨਹੀਂ ਇਹਨਾਂ ਨੂੰ ਕੁਝ ਕਹਿਣਾ, ਤੂੰ ਜਾਮਨ ਦੇ ਸਜ਼ਾ। ਰਾਤੋਂ ਰਾਤ ਸਤ ਸੰਗੀ ਐਸਾ ਸਤਲੁਜ ਚੜ੍ਹਿਆ, ਸਾਰੇ ਰੋੜ ਕੇ ਰੱਖਤੇ ਸੀ। ਐ ਭਾਈ ਭਗਤੀ ਸ਼ਕਤੀ ਵਾਲਿਆਂ ਦੇ ਆਗਿਆ 'ਚ ਭੈ ਵਿੱਚ ਵਾਹਿਗੁਰੂ ਦੇ ਦਰਿਆ ਵੀ ਚੱਲਦੇ ਹਨ। ਭੈ ਵਿੱਚ ਅਗਨ ਕੱਢੈ ਵੇਗਾਰ, ਆ ਜਿਹੜੀ ਅਗਨੀ ਹੈ ਵਿਗਾਰ ਉਹਨੂੰ ਕਹਿੰਦੇ ਨੇ, ਜਿਹੜੀ ਸਤ ਸੰਗੀ ਰਾਜੇ ਦਾ ਹੁਕਮ ਹੋਵੇ, ਮਿਹਨਤ ਮੂਹਨਤ ਕੋਈ ਨਾ ਮਿਲੇ, ਉਹੀ ਅਗਲੇ ਦੇ ਅਧੀਨ ਹੋ ਕੇ ਕਿਸੇ ਦਾ ਕੰਮ ਕਰਨਾ, ਕਹਿੰਦੇ ਵਿਗਾਰ ਕਰਨੀ ਹੈ ਫਲਾਣੇ ਦੀ। ਇਹ ਜਿਹੜੀ ਅਗਨੀ ਹੈ ਇਹ ਵੀ ਭੈ ਦੇ ਅੰਦਰ ਸਤ ਸੰਗਤ ਜੀ ਵਿਗਾਰ ਕਰਦੀ ਹੈ। ਸਾਰਿਆਂ ਦੇ ਅੰਦਰ ਅੰਨ ਹਜਮ ਕਰਦੀ ਹੈ ਕਿ ਨਹੀਂ? ਜਠਰਾ ਅਗਨੀ ਜਿੱਥੇ ਜਿੱਥੇ ਕਿਤੇ ਅੱਗ ਕਿਰਿਆ ਕਰ ਰਹੀ ਹੈ, ਇਹ ਵੀ ਕਹਿ ਰਹੀ ਹੈ ਅਗਨੀ ਦੇਵਤਾ, ਇਹ ਮਹਾਰਾਜ ਤੇਰੀ ਸ਼ਕਤੀ ਕਰਕੇ ਹੀ ਮੈਂ ਇੰਨੇ ਸਾਰੇ ਬ੍ਰਹਮੰਡਾਂ ਨੂੰ ਮੈਂ ਸਾੜ ਸਕਦੀ ਹਾਂ ਔਰ ਸਾਰਿਆਂ ਦੇ ਪੇਟਾਂ ਦੇ ਵਿੱਚ ਅੰਨ ਹਜਮ ਕਰਦੀ ਹਾਂ। ਭੈ ਵਿੱਚ ਧਰਤੀ ਦੱਬੀ ਭਾਰ, ਜਿਹੜੀ ਧਰਤੀ ਹੈ ਵਾਹਿਗੁਰੂ ਦੇ ਭੈ ਵਿੱਚ ਹੈ। ਜਿਹੜੇ ਵੱਡੇ ਵੱਡੇ ਪਹਾੜ ਤੇ ਸਮੁੰਦਰ ਹਨ, ਜੰਗਲ ਹਨ, ਭਾਰ ਨਾਲ ਦੱਬੀ ਹੋਈ ਹੈ। ਭੈ ਵਿੱਚ ਇੰਦ ਫਿਰੇ ਸਿਰ ਭਾਰ, ਇੰਦ ਇੱਥੇ ਬੱਦਲ ਦਾ ਨਾਂ ਹੈ, ਸਿਰ ਤਲਾਇਆ ਵਰਖਾ ਕਰਦਾ ਫਿਰਦਾ ਬੱਦਲ, ਉਹ ਵੀ ਵਾਹਿਗੁਰੂ ਦੇ ਭੈ ਵਿੱਚ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਉਹ ਜਿਹੜਾ ਧਰਮ ਰਾਜਾ ਹੈ ਉਹ ਵੀ ਆਪਣੇ ਦਰਵਾਜ਼ੇ ਤੇ ਸਤ ਸੰਗੀ ਭੈ ਵਿੱਚ ਰਹਿੰਦਾ ਕਿ ਮੇਤੋਂ ਕਿਤੇ ਕੁਨਿਆ ਨਾ ਹੋ ਜਾਵੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸੂਰਜ ਵੀ ਭਾਈ ਵਾਹਿਗੁਰੂ ਦੇ ਭੈ ਵਿੱਚ ਹੈ, ਚੰਦਰਮਾ ਵੀ ਭੈ ਵਿੱਚ ਹੈ, ਆਗਿਆ 'ਚ ਹਨ। ਕੋ ਕਰੋੜੀ ਚਲਤ ਨਾ ਅੰਤ, ਦੇਖ ਲੋ ਕਰੋੜਾਂ ਕੋ ਰੋਜ਼ ਚੱਲਦੇ ਨੇ, ਅੰਤ ਨਹੀਂ ਪਾਇਆ ਜਾਂਦਾ, ਡਿਊਟੀ ਨਿਭਾਉਂਦੇ ਹਨ। ਭੈ ਵਿੱਚ ਸਿੱਧ ਬੁੱਧ ਸੁਰਨਾਥ, 84 ਸਿੱਧ ਆਦਿਕ, ਬੁੱਧ ਬੋਧਾ ਅਵਤਾਰ ਆਦਿਕ ਸਾਰੇ ਭੈ ਵਿੱਚ ਹਨ ਵਾਹਿਗੁਰੂ ਦੇ। ਭੈ ਵਿੱਚ ਆਡਾਣੇ ਆਕਾਸ਼, ਇਹ ਜਿਹੜਾ ਸਤ ਸੰਗਤ ਜੀ ਉੱਡ ਤਾਰਿਆਂ ਨੂੰ ਕਹਿੰਦੇ ਹਨ, ਜੋ ਤਾਰਾ ਮੰਡਲ ਦੇ ਸਹਿਤ ਆਕਾਸ਼ ਅੱਡਿਆ ਹੋਇਆ ਹੈ, ਇਹ ਆਕਾਸ਼ ਵਿੱਚ ਵੀ ਭੈ ਵਿੱਚ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਬੜੇ ਬੜੇ ਯੋਧੇ ਆਪਣੇ ਸਤ ਸੰਗੀ ਮੁਕਾਬਲੇ ਦੇ ਸੂਰਮੇ ਦੇ ਉੱਤੇ ਫਤਿਹ ਪਾਉਣ ਵਾਲੇ, ਸੈਂਕੜਿਆਂ ਨੂੰ ਫਤਿਹ ਕਰਨ ਵਾਲੇ ਮਹਾਬਲੀ, ਐਸੇ ਜਿਹੜੇ ਯੋਧੇ ਨੇ ਉਹ ਵੀ ਵਾਹਿਗੁਰੂ ਦੇ ਭੈ 'ਚ ਹਨ। ਭੈ ਵਿੱਚ ਆਵਹਿ ਜਾਵਹਿ ਪੂਰ, ਪੂਰਾਂ ਦੇ ਪੂਰ ਸ੍ਰਿਸ਼ਟੀ ਦੇ ਸਤ ਸੰਗਤ ਜੀ ਦੇਖ ਲਓ ਲੰਘ ਰਹੇ ਨੇ, ਕੋਈ ਐਸਾ ਹੈ ਜਿਹਦੇ ਅੰਦਰ ਭੈ ਨਹੀਂ ਹੈ, ਸਭ ਦੇ ਅੰਦਰ ਭੈ ਹੈ। ਸਗਲਿਆ ਭਉ ਲਿਖਿਆ ਸਿਰ ਲੇਖ, ਆਪ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਦੀ ਬਾਣੀ ਦਾ ਉਲੱਥਾ ਕਰਦੇ ਹੋਏ ਕਲਗੀਧਰ ਪਾਤਸ਼ਾਹ ਸੰਗਤਾਂ ਦੇ ਵਿੱਚ
हे ਭਾਈ ਜਿਤਨੇ ਜੀਵ ਨੇ ਸਾਰਿਆਂ ਦੇ ਮੱਥੇ ਤੇ ਭੈ ਦਾ ਲੇਖ ਲਿਖਿਆ ਹੋਇਆ ਹੈ, ਕੋਈ ਨਿਰਭੈ ਨਹੀਂ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੌਣ ਹੈ ਖਾਲਸਾ ਜੀ ਭੈ ਤੋਂ ਰਹਿਤ? ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇੱਕ ਨਿਰੰਕਾਰ ਅਕਾਰ ਪੁਰਖ ਅੰਤਰਜਾਮੀ ਭੈ ਤੋਂ ਰਹਿਤ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਆਪਾਂ ਵੀ ਚਾਹੁੰਦੇ ਆ, ਬੱਚਾ ਵੀ ਚਾਹੁੰਦਾ ਮੈਨੂੰ ਕਿਸੇ ਦਾ ਭੈ ਨਾ ਹੋਵੇ। ਵੱਡੇ ਹੋ ਕੇ ਵੀ ਆਪਾਂ ਚਾਹੁੰਦੇ ਆ ਸਰ ਜੇ ਡਰ ਹੀ ਅੰਦਰ ਰਿਹਾ ਤਾਂ ਕਾਹਦੀ ਜ਼ਿੰਦਗੀ ਹੈ। ਸੁਤੰਤਰਤਾ ਹੀ ਹਰ ਕੋਈ ਚਾਹੁੰਦਾ ਹੈ, ਗੁਲਾਮੀ ਕੋਈ ਨਹੀਂ ਚਾਹੁੰਦਾ ਹੈ। ਜੇ ਸਤ ਸੰਗੀ ਸੁਤੰਤਰਤਾ ਦੀ ਇੱਛਾ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦੀ ਭਗਤੀ ਕਰਨੀ ਚਾਹੀਏ। ਜੈਸਾ ਸੇਵੇ ਤੈਸੋ ਹੋਵੇ। ਜੇ ਵਾਹਿਗੁਰੂ ਨਿਰਭੈ ਹੈ ਤਾਂ ਉਹਨੂੰ ਜਪਣ ਵਾਲਾ ਵੀ ਸਤ ਸੰਗੀ ਨਿਰਭੈ ਹੋ ਜਾਵੇਗਾ। ਜੇ ਦੇਵਤੇ ਭੈ ਅੰਦਰ ਨੇ ਤਾਂ ਉਹ ਆਪਾਂ ਨੂੰ ਨਿਰਭੈ ਪਦਵੀ ਕਿਵੇਂ ਦੇ ਦੇਣਗੇ। ਐਸੀ ਸੱਚੇ ਪਾਤਸ਼ਾਹ ਨੇ ਸਤ ਸੰਗੀ ਉਸ ਵੇਲੇ ਇਹ ਬਾਣੀ ਦੁਆਰਾ ਸਾਰੇ ਸਿੱਖਾਂ ਨੂੰ ਸਿੱਖਿਆ ਦਿੱਤੀ। ਇਹ ਸ਼ਲੋਕ ਸਭ ਪਠਿਓ ਸੁਨਾਇਓ। ਇਹ ਸਾਰਾ ਸ਼ਲੋਕ ਪੜ੍ਹ ਕੇ ਸੁਣਾ ਦਿੱਤਾ। ਸਭ ਸੰਗਤ ਕੇ ਮਨ ਮਹਿ ਪਾਇਓ। ਸਾਰਿਆਂ ਸੰਗਤਾਂ ਦੇ ਮਨ ਵਿੱਚ ਭਾਈ ਬਾਣੀ ਚੰਗੀ ਲੱਗੀ। ਬਰਖਾ ਲਾਗੀ ਪਰਨ ਕਨੇਰੀ। ਬਰਖਾ ਬੜੀ ਹੋਣ ਲੱਗ ਗਈ। ਗਏ ਸਕਲ ਨਰ ਘਰ ਤਿਸ ਬੇਰੀ। ਆਪੋ ਆਪਣੇ ਘਰਾਂ ਲੋਕ ਚਲੇ ਗਏ, ਖੁਸ਼ੀਆਂ ਹੋਈਆਂ। ਗੁਰ ਸੋ ਜਸ ਕੋ ਜਾਤ ਬਖਾਨੈ। ਜਿਉਂ ਖਾਲਸਾ ਜੀ ਉਸ ਇਲਾਕੇ 'ਚ ਗੁਰੂ ਕਾ ਜਸ ਹੋ ਰਿਹਾ ਥਾਂ ਥਾਂ ਤੇ। ਸਮਾਂ ਸੰਪੂਰਨ ਹੋਇਆ। ਸਤ ਸੰਗਤ ਜੀ ਭੁੱਲਾਂ ਚੁੱਕਾਂ ਮਾਫ ਕਰਨੀਆਂ। ਇੱਥੋਂ ਅੱਗੇ ਜਿਵੇਂ ਕਥਾ ਫੇਰ ਆਊਗੀ ਕੱਲ ਨੂੰ ਵਿਚਾਰਾਂਗੇ। ਇਸ ਵੇਲੇ ਸਤ ਸੰਗੀ ਰਾਗੀ ਸਿੰਘ ਜੀ ਹਾਜ਼ਰ ਹਨ। ਆਪ ਰਸ ਪਿੰਨਾ ਕੀਰਤਨ ਅੰਮ੍ਰਿਤ ਵੀ ਬਾਣੀ ਦਾ ਸਰਵਣ ਕਰੋ। ਇਸ ਕਰਕੇ ਗੁਰਸਿੱਖੋ ਸਭ ਤੋਂ ਲਾਹਾ ਕੀਰਤਨ ਕਥਾ ਦਾ ਹੈ। ਸੁਬਾਹ ਸ਼ਾਮ ਜੁੜੋ, ਆਨੰਦ ਮਾਣੋ। ਇਹ ਸਤ ਸੰਗੀ ਸਮਾਂ ਫੇਰ ਤੰਦਰੁਸਤੀ ਹੋਵੇ, ਅੰਦਰ ਭਾਵਨਾ ਪ੍ਰੇਮ ਹੋਵੇ। ਉਹ ਸਮਾਂ ਕਦੇ ਸਤ ਸੰਗੀ ਅਜਾਈ ਨਾ ਕਦੇ ਗੁਰੂ ਕਾ ਸਿੱਖ ਗਵਾਵੇ। ਗੁਰਬਾਣੀ ਪੜ੍ਹਦਾ ਰਹੇ ਜਦੋਂ ਟਾਈਮ ਮਿਲੇ, ਕੰਮ ਕਿਰਤ ਕਰਦਾ ਸਿਮਰਨ ਕਰਦਾ ਰਹੇ, ਦੋਨੋਂ ਟਾਈਮ ਸੰਗਤ ਕਰੇ। ਇਹ ਆਪਣੇ ਮਨ ਦੀ